ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਰਕ ਬ੍ਰਿੰਦ ਮੈਂ ਬਰ ਗਇਓ ਹਨ ਮੁਗਲ ਪਠਾਨਾ। ਮਾਰ ਮਾਰ ਕਮਸਾਨ ਕਰ ਬਲਵਾਨ ਮਹਾਨਾ। ਜਿਤ ਦਿਸ ਕੋ ਵਿਚਰਤ ਬਲੀ ਹੋਏ ਜਾਤ ਮਦਾਨਾ। ਸਤਰੂ ਹੀਰ ਮਾਰਿਓ ਚਹਤ ਕਰ ਦਾਵ ਸੋ ਨਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਦਿਆਲੂ 10 ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਖੰਡਾਂ ਬ੍ਰਹਮੰਡਾਂ ਦੇ ਮਾਲਕ ਅਕਾਲ ਪੁਰਖ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਬਰ ਪਾਤਸ਼ਾਹ ਦੀ ਪਾਵਨ ਨਿੱਘੀ ਗੋਦ ਅੰਦਰ ਧੰਨ ਗੁਰ ਕਲਗੀਧਰ ਸਰਬੰਸ ਦਾਨੀ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਨਿਵਾਜੇ ਹੋਏ ਪਾਵਨ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਨ ਤੇ ਗੁਰੂ ਕੀ ਪਾਵਨ ਗੋਦ ਦਾ ਨਿੱਘ ਲੈ ਰਹੇ ਗੁਰੂ ਸਵਾਰੇ ਖਾਲਸਾ ਜੀ। ਆਓ ਸਾਹਿਬ ਜੀ ਨੇ ਸੁਭਾਗ ਬਖਸ਼ਿਆ ਹੈ ਜੋ ਇਹਨਾਂ ਮਨੁੱਖੀ ਜਾਮਿਆਂ ਇਹਨਾਂ ਜੀਵਨਾਂ ਦੇ ਅੰਦਰ ਸਭ ਪਾਤਸ਼ਾਹ ਜੀ ਨੇ ਆਪਣੇ ਪਾਵਨ ਸਰਗੁਣ ਸਰੂਪ ਦੇ ਇਤਿਹਾਸ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕੀਤਾ ਹੈ। ਸੋ ਇਤਿਹਾਸ ਦੀ ਪਾਵਨ ਲੜੀ ਜੋ ਧੰਨ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਸ਼ਹਿਨਸ਼ਾਹ ਪਾਤਸ਼ਾਹ ਦਾ ਜੀਵਨ ਲੜੀਵਾਰ ਰੂਪ ਅੰਦਰ ਸਰਵਣ ਕਰ ਰਹੇ ਹਾਂ। ਹਜੂਰ ਪਾਤਸ਼ਾਹ ਜੀ ਦੇ ਚੱਲ ਰਹੇ ਜੀਵਨ ਬਿਰਤਾਂਤ ਜੋ ਕੱਲ ਸਰਵਣ ਕੀਤੇ ਨੇ। ਬੜਾ ਭਾਰੀ ਘਮਸਾਨ ਦਾ ਜੰਗ ਜੋ ਕਈ ਦਿਨਾਂ ਤੋਂ ਪ੍ਰਾਰੰਭ ਹੈ, ਜਿਸ ਦੇ ਵਿੱਚ ਵੱਡੇ ਵੱਡੇ ਸੂਰਮੇ ਯੋਧੇ ਜੋ ਆਪਣੇ ਆਪ ਨੂੰ ਬਹੁਤ ਬਲਸ਼ਾਲੀ ਕਹਾਉਂਦੇ ਨੇ, ਉਹ ਗੁਰੂ ਕੇ ਸੂਰਮਿਆਂ ਦੇ ਅੱਗੇ, ਗੁਰੂ ਕੀ ਸੈਨਾ ਦੇ ਅੱਗੇ, ਗੁਰੂ ਕੀ ਫੌਜ ਦੇ ਅੱਗੇ ਟਿਕ ਨਾ ਸਕੇ। ਇਹਨਾਂ ਸੂਰਮਿਆਂ ਦੇ ਅੰਦਰੋਂ ਹੀ ਕੱਲ ਸਰਵਣ ਕੀਤਾ ਅਲੀ ਬਖਸ਼ ਆਇਆ ਤੇ ਜਿਵੇਂ ਹੀ ਜਾਂਗੇ ਮੈਦਾਨ ਵਿੱਚ ਆਉਂਦਾ ਹੈ ਗੁਰੂ ਕਾ ਪਿਆਰਾ ਸਿੱਖ ਜਿਹੜਾ ਹੈ ਭਾਈ ਨਾਨੋ ਬੜੇ ਬਲ ਦੇ ਨਾਲ ਉਹਦਾ ਟਾਕਰਾ ਕਰਦਾ ਹੈ, ਉਹਦਾ ਮੁਕਾਬਲਾ ਕਰਦਾ ਹੈ। ਅਲੀ ਬਖਸ਼ ਦੀ ਭਾਈ ਨਾਨੋ ਦੇ ਹੱਥ ਵਿੱਚੋਂ ਮੌਤ ਹੋ ਜਾਂਦੀ ਹੈ। ਇੱਧਰ ਫੌਜਾਂ ਦੇ ਅੰਦਰ ਜੋ ਸਾਹਮਣੀਆਂ ਮੁਗਲੀ ਫੌਜਾਂ ਹਨ ਉਹਨਾਂ ਦੇ ਅੰਦਰ ਇੱਕ ਭੀੜ ਪਈ। ਉਹਨਾਂ ਨੇ ਇਮਾਮ ਬਖਸ਼ ਨੂੰ ਅੱਗੇ ਕੀਤਾ ਕਿ ਤੂੰ ਹੁਣ ਅਗਾਂਹ ਵੱਧ, ਕਿਉਂਕਿ ਜਿਸ ਤਰ੍ਹਾਂ ਦੇ ਗੁਰੂ ਕੇ ਸੂਰਮੇ ਨੇ, ਜਿਵੇਂ ਦੀ ਇਹਨਾਂ ਕੋਲ ਯੁੱਧ ਵਿਦਿਆ ਇਹਨਾਂ ਦਾ ਮੁਕਾਬਲਾ ਟਾਕਰਾ ਬੜਾ ਮੁਸ਼ਕਲ। ਇਮਾਮ ਬਖਸ਼ 1000 ਫੌਜ ਸਿਪਾਹੀ ਨੂੰ ਲੈ ਕਰਕੇ ਅੱਗੇ ਵੱਧਦਾ ਹੈ, ਭਾਈ ਨਾਨੋ ਦਾ ਮੁਕਾਬਲਾ ਕਰਦਾ ਹੈ। ਕਾਫੀ ਦੋਨਾਂ ਦੇ ਅੰਦਰ ਘੋੜਿਆਂ ਤੇ ਚੜੇ ਹੋਏ ਬੜਾ ਭਾਰੀ ਯੁੱਧ ਚੱਲਦਾ ਹੈ। ਇਸ ਤਰ੍ਹਾਂ ਵੀ ਕੱਲ ਇਤਿਹਾਸ ਨੇ ਵਰਣਨ ਕੀਤਾ ਹੈ ਕਿ ਲੰਬੇਰਾ ਸਮਾਂ ਇੱਕ ਦੂਜੇ ਦੇ ਉੱਤੇ ਦਾ ਚਲਾਉਂਦੇ ਰਹੇ, ਘੋੜਿਆਂ ਨੂੰ ਦੜਾਉਂਦੇ ਰਹੇ, ਘੋੜਿਆਂ ਨੂੰ ਗੋਲ ਚੱਕਰ ਵਿੱਚ ਘੁਮਾਉਂਦੇ ਰਹੇ, ਇੱਕ ਦੂਜੇ ਤੇ ਵਾਰ ਕੀਤੇ, ਪਰ ਹਰ ਇੱਕ ਦੇ ਵਾਰ ਤੋਂ ਸਾਹਮਣਾ ਜਿਹੜਾ ਉਹ ਬਚਦਾ ਰਿਹਾ। ਆਖਰ ਇੱਕ ਐਸਾ ਵਾਰ ਜਿਹੜਾ ਸੀ ਇਮਾਮ ਬਖਸ਼ ਨੇ ਕੀਤਾ ਕਿ ਭਾਈ ਨਾਨੋ ਸ਼ਹੀਦੀ ਨੂੰ ਪ੍ਰਾਪਤ ਕਰ ਗਏ। ਜਿਵੇਂ ਹੀ ਭਾਈ ਨਾਨੋ ਦੀ ਸ਼ਹਾਦਤ ਹੋਈ, ਸਤਿਗੁਰਾਂ ਦੇ ਕੋਲ ਜਾ ਕਰ ਕੇ ਸਿੱਖਾਂ ਨੇ ਖਬਰ ਦਿੱਤੀ, ਮਹਾਰਾਜ ਕੋਈ ਹੋਰ ਜਰਨੈਲ ਭੇਜੋ। ਹਜੂਰ ਪਾਤਸ਼ਾਹ ਜੀ ਨੇ ਫਿਰ ਭਾਈ ਪਰਾਗੇ ਨੂੰ ਜਾਂਗੇ ਮੈਦਾਨ ਵਿੱਚ ਤੋਰਿਆ ਥਾਪੜਾ ਦੇ ਕੇ। ਨਾਲ 2 ਸਹਾਇਕ ਸੂਰਮੇ ਜਿਹੜੇ ਸਨ ਭਾਈ ਜਗਨਾ ਤੇ ਭਾਈ ਕਿਸ਼ਨਾ ਤੋਰੇ ਨੇ। ਇਹਨਾਂ ਨੇ ਆ ਕਰਕੇ ਫਿਰ ਜਿਵੇਂ ਟਾਕਰੇ ਕੀਤੇ ਨੇ। ਭਾਈ ਜਗਨੇ ਨੇ ਐਸੀ ਤਲਵਾਰ ਧੂਹੀ ਹੈ, ਜਿੰਜ ਕਹਿ ਲਓ ਐਸੀ ਸ਼ਸਤਰ ਵਿਦਿਆ ਦਾ ਜੋ ਅਭਿਆਸ ਕੀਤਾ ਸੀ, ਇਸ ਪ੍ਰਕਾਰ ਉਹ ਸਾਹਮਣੀਆਂ ਫੌਜਾਂ ਨੂੰ ਪ੍ਰਗਟਾਵਾ ਕਰਕੇ ਦਿਖਾਇਆ ਕਿ ਜਿਹੜਾ ਇਮਾਮ ਬਖਸ਼ ਆਪਣੇ ਆਪ ਨੂੰ ਬੜਾ ਬਲਸ਼ਾਲੀ ਕਹਿ ਰਿਹਾ, ਜਿਹੜਾ ਕਹਿ ਰਿਹਾ ਮੈਂ ਭਾਈ ਨਾਨੋ ਵਰਗੇ ਨੂੰ ਵੀ ਸ਼ਹੀਦ ਕਰ ਦਿੱਤਾ ਹੈ,
ਗੁਰੂ ਕੇ ਸਿੱਖ ਭਾਈ ਜਗਨੇ ਨੇ ਉਸ ਇਮਾਮ ਬਖਸ਼ ਦਾ ਜਿਵੇਂ ਕਹਿ ਲਓ ਵੱਧ ਕਰ ਦਿੱਤਾ, ਉਹਨੂੰ ਮੌਤ ਦੇ ਘਾਟੇ ਉਤਾਰਿਆ। ਹੁਣ ਜਿਹੜੀਆਂ ਸਾਹਮਣੀਆਂ ਦੁਸ਼ਮਣ ਦੀਆਂ ਫੌਜਾਂ ਨੇ ਨਾ, ਜਦੋਂ ਦੋ ਸੂਰਮੇ ਅਲੀ ਬਖਸ਼ ਇਮਾਮ ਬਖਸ਼ ਵਰਗੇ ਸੂਰਮੇ ਮਾਰੇ ਗਏ ਤਾਂ ਇੱਕ ਤਰਥੱਲੀ ਜਿਹੜੀ ਫੌਜ ਦੇ ਵਿੱਚ ਆਈ ਹੈ, ਹੜਬੜੀ ਮੱਚੀ ਵੀ ਸਾਡਾ ਬਣੂ ਕੀ। ਆਖਰ ਦੌੜ ਕੇ ਵਾਪਸ ਗਏ, ਜਾ ਕੇ ਅਬਦੁਲ ਖਾਨ ਨੂੰ ਖਬਰ ਦਿੰਦੇ ਨੇ ਕਿ ਆਹ ਕੁਛ ਜਿਹੜਾ ਜੰਗੇ ਮੈਦਾਨ ਵਿੱਚ ਹੋ ਰਿਹਾ ਹੈ। ਆਪਾਂ ਸਮਝਦੇ ਸੀ ਵੀ ਸਿੱਖ ਥੋੜ੍ਹੇ ਜਿਹੇ ਨੇ, ਆਪਾਂ ਸਮਝਦੇ ਸੀ ਕਿ ਅਸੀਂ ਤਾਂ ਬਸ ਝੱਟ ਦੇ ਵਿੱਚ ਇਹਨਾਂ ਨੂੰ ਖਤਮ ਕਰ ਦੇਣਾ, ਪਰ ਆਪਣੇ ਵੱਡੇ ਵੱਡੇ ਜਰਨੈਲ ਜਿਹੜੇ ਨੇ ਉਹ ਮਾਰੇ ਜਾ ਰਹੇ ਹਨ। ਇਹ ਖਬਰ ਸੁਣਦੇ ਸਾਰ ਉਹਨੂੰ ਬੜਾ ਪਛਤਾਵਾ ਹੈ। ਉਹ ਕਰਮ ਚੰਦ ਤੇ ਰਤਨ ਚੰਦ ਨੂੰ ਆਪਦੇ ਕੋਲ ਬੁਲਾ ਕੇ ਬੜੇ ਕ੍ਰੋਧ ਦੇ ਵਿੱਚ ਹੈ ਕਿ ਤੁਸੀਂ ਕਿਹਾ ਕਿ ਗੁਰੂ ਦੇ ਕੋਲ ਤਾਂ ਬਸ ਉਹ ਸਧਾਰਨ ਜੇ ਕਾਮੇ, ਉਹ ਕੇਵਲ ਸੇਵਾ ਕਰਨ ਵਾਲੇ ਸੇਵਾਦਾਰ ਹੀ ਨੇ, ਉਹਨਾਂ ਕੋਲ ਬਹੁਤੀਆਂ ਵੱਡੀਆਂ ਫੌਜਾਂ ਨਹੀਂ, ਬਸ ਆਪਾਂ ਜਾਣਾ ਤੇ ਆਪਾਂ ਗੁਰੂ ਹਰਗੋਬਿੰਦ ਮਹਾਰਾਜ ਉੱਤੇ ਜਿੱਤ ਪ੍ਰਾਪਤ ਕਰਕੇ ਵਾਪਿਸ ਆ ਜਾਣਾ। ਪਰ ਤੁਹਾਡੇ ਕਹਿਣ ਤੇ ਐਡੀਆਂ ਭਾਰੀ ਫੌਜਾਂ ਲੈ ਕੇ ਅਸੀਂ ਆ ਚੜ੍ਹੇ, ਪਰ ਗੁਰੂ ਕੇ ਜਿਨ੍ਹਾਂ ਨੂੰ ਤੁਸੀਂ ਸਧਾਰਨ ਸਿੱਖ ਕਹਿੰਦੇ ਸੀ, ਜਿਨ੍ਹਾਂ ਨੂੰ ਕੇਵਲ ਸੇਵਾਦਾਰ ਮਾਤਰ ਤੁਸੀਂ ਕਹਿੰਦੇ ਸੀ, ਉਹਨਾਂ ਨੇ ਤੇ ਮੇਰੇ ਵੱਡੇ ਵੱਡੇ ਜਰਨੈਲ ਮਾਰ ਕੇ ਰੱਖ ਦਿੱਤੇ ਨੇ। ਹੁਣ ਇੰਜ ਹੈ ਕਿ ਤੁਸੀਂ ਵੀ ਜੰਗ ਮੈਦਾਨ ਵਿੱਚ ਚੱਲੋ, ਮੈਂ ਵੀ ਅੱਗੇ ਹੋ ਕੇ ਜੂਝਦਾ ਹਾਂ। ਸੋ ਕਹਿਣ ਦਾ ਭਾਵ ਕੱਲ੍ਹ ਦੇ ਇਤਿਹਾਸ ਦੀ ਜਿੱਥੇ ਜਾ ਕੇ ਸੰਪੂਰਨਤਾ ਹੋਈ ਲੜੀ ਦੀ, ਕਿ ਅਬਦੁਲ ਖਾਨ ਵੀ ਅਗਾਂਹ ਵੱਧਦਾ, ਇੱਧਰੋਂ ਸਤਿਗੁਰਾਂ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਜਿਵੇਂ ਹਜੂਰ ਪਾਤਸ਼ਾਹ ਨੂੰ ਸੁਨੇਹਾ ਭੇਜਦੇ ਮਹਾਰਾਜ ਅਬਦੁਲ ਖਾਨ ਵੀ ਆ ਰਿਹਾ, ਹੋਰ ਭਾਰੀ ਫੌਜਾਂ ਆ ਰਹੀਆਂ ਨੇ, ਤੇ ਹਜੂਰ ਪਾਤਸ਼ਾਹ ਇੱਧਰੋਂ ਭਾਈ ਵਿਧੀ ਚੰਦ ਨੂੰ ਥਾਪੜਾ ਦਿੰਦੇ, ਨਾਲ ਹਜੂਰ ਫਿਰ ਆਪ ਸੋਹਣੇ ਸ਼ਸਤਰ ਤਿਆਰ ਕਰਕੇ ਸਜਾਉਂਦੇ ਨੇ। ਸੋਹਣੇ ਤੀਰ ਸਤਿਗੁਰਾਂ ਨੇ ਪੱਥਾ ਸਜਾ ਲਿਆ, ਕਮਾਨ ਸਜਾ ਲਈ, ਉਸੇ ਤਰ੍ਹਾਂ ਮੀਰੀ ਪੀਰੀ ਦੀਆਂ ਤਲਵਾਰਾਂ ਸਜਾ ਲਈਆਂ। ਸਭ ਕਹਿੰਦੇ ਨੇ ਹੁਣ ਆਪ ਅਸੀਂ ਜੰਗੇ ਮੈਦਾਨ ਵਿੱਚ ਚੜਾਂਗੇ। ਪੂਰੀ ਤਿਆਰੀ ਹੋ ਗਈ। ਹਜੂਰ ਪਾਤਸ਼ਾਹ ਘੋੜੇ ਤੇ ਅਸਵਾਰ ਨੇ, ਪਰ ਨਾਲ ਹੀ ਸਤਿਗੁਰਾਂ ਦੇ ਦੋ ਸਿੱਖ ਸਾਹਮਣੇ ਆਏ ਨੇ, ਭਾਈ ਪਰਸਰਾਮ ਤੇ ਭਾਈ ਸ਼ਕਤੂ। ਕਹਿੰਦੇ ਮਹਾਰਾਜ ਅਸੀਂ ਸਾਨੂੰ ਥਾਪੜਾ ਦਿਓ, ਤੁਹਾਡੀ ਲੋੜ ਨਹੀਂ, ਪਹਿਲਾਂ ਸਾਨੂੰ ਹੁਕਮ ਕਰੋ, ਅਸੀਂ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹਾਂ, ਫਿਰ ਮਹਾਰਾਜ ਜੀ ਇੰਨੇ ਕੁ ਤਾਂ ਅਸੀਂ ਖਤਮ ਕਰ ਦੇਵਾਂਗੇ। ਪਰ ਹਜੂਰ ਪਾਤਸ਼ਾਹ ਨੇ ਜਿਵੇਂ ਕੱਲ੍ਹ ਜ਼ਿਕਰ ਕੀਤਾ ਕਿ ਤੁਸੀਂ ਵੀ ਚੱਲੋ, ਅੱਗੇ ਅੱਗੇ ਚੱਲ ਕੇ ਜਿੱਥੇ ਬਹੁਤ ਭਾਰੀ ਜੰਗ ਮੱਚਦਾ ਪਿਆ ਉੱਥੇ ਜਾ ਕੇ ਤੁਸੀਂ ਥੋੜ੍ਹਾ ਮਾਹੌਲ ਜਿਹੜਾ ਹੈ ਉਹਨੂੰ ਸਾਂਭੋ, ਤੇ ਅਸੀਂ ਵੀ ਬੜੀ ਜਲਦੀ ਜੰਗ ਮੈਦਾਨ ਵਿੱਚ ਪ੍ਰਵੇਸ਼ ਕਰਦੇ ਹਾਂ। ਸੋ ਇੱਥੋਂ ਤੱਕ ਕੱਲ੍ਹ ਇਤਿਹਾਸ ਦੀ ਲੜੀ ਬੜੇ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਸੀਨੀਅਰ ਕਥਾਵਾਚਕ, ਤਿਨਾਂ ਦੇ ਪਾਸੋਂ ਬੜੇ ਪਿਆਰ ਵਿਸਥਾਰ ਦੇ ਸਹਿਤ ਆਪਾਂ ਸਰਵਣ ਕੀਤਾ ਹੈ। ਸੋ ਆਓ ਅੱਜ ਦਾਸ ਨੂੰ ਕਲਗੀਧਰ ਪਾਤਸ਼ਾਹ ਨੇ ਸੇਵਾ ਬਖਸ਼ੀ ਹੈ, ਆਓ ਹਜੂਰ ਪਾਤਸ਼ਾਹ ਜੀ ਦੀ ਅਸੀਸ ਲਈਏ। ਪਿਆਰ ਸਹਿਤ ਸਾਹਿਬ ਦੇ ਚਰਨਾਂ 'ਚ ਇਕਾਗਰਤਾ ਦਾ ਤਰਲਾ ਲੈਂਦਿਆਂ ਉਚਾਰਨ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਰਕ ਬ੍ਰਿੰਦ ਮੈਂ ਬਰ ਗਇਓ ਹਨ ਮੁਗਲ ਪਠਾਨਾ। ਸੋ ਹਜੂਰ ਪਾਤਸ਼ਾਹ ਜੀ ਦਾ ਇਸ਼ਾਰਾ ਪਾ ਕੇ, ਜਿਵੇਂ ਹਜੂਰ ਨੇ ਇਸ਼ਾਰਾ ਕੀਤਾ ਕਿ ਭਾਈ ਵਿਧੀ ਚੰਦ ਜੀ ਤੁਸੀਂ ਉਹ ਫਲਾਣੀ ਜਗ੍ਹਾ ਤੇ ਜਾ ਕੇ ਯੁੱਧ ਜਿਹੜਾ ਸੋ ਕਰੋ, ਕਿਉਂਕਿ ਜੰਗ ਮੈਦਾਨ ਦੇ ਅੰਦਰ, ਮੈਦਾਨੇ ਜੰਗ ਦੇ ਅੰਦਰ ਕੀ ਹੁੰਦਾ ਹੈ ਕਿ ਕਿਤੇ ਕਿਤੇ ਟੋਲੀਆਂ ਬਣਾ ਕੇ ਵੀ ਲੜਿਆ ਜਾਂਦਾ ਹੈ, ਇੱਕੋ ਥਾਂ ਤੇ ਨਹੀਂ ਸਾਰੇ ਲੜਦੇ। ਕੋਈ ਟੋਲੀ ਜਿਹੜੀ ਹੈ ਉਹ ਇੱਕ ਦੂਜੇ ਤੇ ਭਾਰੂ ਪੈ ਰਹੀ ਹੁੰਦੀ ਹੈ, ਕਿਤੇ ਕੋਈ ਪੱਲੜਾ ਭਾਰੀ ਹੁੰਦਾ ਹੈ, ਕਿਤੇ ਕੋਈ ਪੱਲੜਾ ਭਾਰੀ ਹੁੰਦਾ ਹੈ। ਹਜੂਰ ਪਾਤਸ਼ਾਹ ਜੀ ਨੇ ਇੱਕ ਵਿਸ਼ੇਸ਼ ਝੁੰਡ ਦੇ ਵੱਲ ਇਸ਼ਾਰਾ ਕਰਕੇ ਕਿਹਾ ਹੈ ਕਿ ਤੁਸੀਂ ਉੱਥੇ ਜਾ ਕੇ ਸਾਰੀ ਕਮਾਨ ਜਿਹੜੀ ਉਹ ਸੰਭਾਲੋ, ਉੱਥੇ ਜੰਗ ਬਹੁਤ ਭਾਰੀ ਮੱਚਿਆ ਹੋਇਆ। ਸੋ ਹਜੂਰ ਦਾ ਥਾਪੜਾ ਅਸੀਸ ਹੁਕਮ ਪਾ ਕਰਕੇ ਭਾਈ ਵਿਧੀ ਚੰਦ ਜੀ ਉਸ ਭਾਰੀ ਜੰਗ ਦੇ ਵਿੱਚ ਜਾ ਪ੍ਰਵੇਸ਼ ਕਰਦੇ ਹਨ। ਮਾਰ ਮਾਰ ਕਮਸਾਨ ਕਰ ਬਲਵਾਨ ਮਹਾਨਾ। ਜੋ ਬੜੇ ਬਲਵਾਨ ਨੇ, ਬੜੇ ਮਹਾਨ ਬਲ ਦੇ ਮਾਲਕ ਹਨ, ਜਿਵੇਂ ਹੀ ਪ੍ਰਵੇਸ਼ ਕਰਦੇ ਨੇ ਮਾਰ ਮਾਰ ਕਮਸਾਨ ਕਰ, ਬਸ ਜਾਂਦੇ ਸਾਰ ਵਾਰ ਕਰਨੇ ਸ਼ੁਰੂ ਕਰ ਦਿੰਦੇ ਨੇ, ਸ਼ਸਤਰਾਂ ਦੇ ਪ੍ਰਹਾਰ ਕਰਨੇ ਸ਼ੁਰੂ ਕਰਦੇ। ਜਿਹੜਾ ਸੂਰਮਾ ਸਾਹਮਣੇ ਆਉਂਦਾ ਹੈ ਬਸ ਉਹ ਇੱਕ ਵਾਰ ਪਲਕ ਝਪਕਦਿਆਂ ਸਾਹਮਣੇ ਆਉਂਦਾ ਹੈ, ਜਦੋਂ ਖੜਾ ਦਿਸਦਾ ਹੈ, ਪਰ ਅਗਲੀ ਪਲਕ ਝਪਕਣ ਤੱਕ ਉਹ ਜ਼ਮੀਨ ਤੇ ਡਿੱਗਾ ਹੋਇਆ ਦਿਸਦਾ। ਸੋ ਇੰਜ ਭਾਈ ਵਿਧੀ ਚੰਦ ਦੀ ਪ੍ਰਹਾਰ ਕਰਦੇ ਜਾ ਰਹੇ ਹਨ। ਜਿਤ ਦਿਸ ਕੋ ਵਿਚਰਤ ਬਲੀ ਹੋਏ ਜਾਤ ਮਦਾਨਾ। ਬਸ ਜਿੱਧਰ ਨੂੰ ਬਲੀ ਸੂਰਮਾ ਗੁਰੂ ਕਾ ਵਿਚਰਦਾ ਪਿਆ ਹੈ, ਜਿੱਧਰ ਨੂੰ ਵੀ ਘੋੜੇ ਦੀ ਰਕਾਬ ਖਿੱਚ ਕੇ ਉਹਨੂੰ ਮੋੜ ਦਿੰਦੇ ਨੇ, ਹੋਏ ਜਾਤ ਮੈਦਾਨਾ, ਬਸ ਉਧਰਲੇ ਪਾਸੇ ਮੈਦਾਨ ਹੀ ਹੁੰਦਾ ਜਾਂਦਾ ਹੈ।
ਭਾਵ ਕਿ ਉਧਰ ਫੌਜਾਂ ਜਿਹੜੀਆਂ ਉਹ ਜ਼ਮੀਨ ਤੇ ਵਿਛਦੀਆਂ ਜਾ ਰਹੀਆਂ ਨੇ ਤੇ ਸਾਰਾ ਪਾਸਾ ਜਿਹੜਾ ਉਹ ਖਾਲੀ ਹੁੰਦਾ ਜਾ ਰਿਹਾ ਹੈ। ਸਤਰੂ ਹੇਰ ਮਾਰਿਓ ਚਹਤ ਕਰ ਦਾਵ ਸੁਨਾਨਾ। ਸੋ ਜਿਹੜੇ ਸ਼ਤਰੂ ਨੇ ਨਾ, ਜਿਹੜੇ ਸਾਹਮਣੇ ਦੁਸ਼ਮਣ ਨੇ, ਉਹ ਕਈ ਪ੍ਰਕਾਰ ਦੇ ਦਾਵ ਲਾ ਕੇ ਮਾਰਿਓ ਚਹਿਤ, ਭਾਈ ਬਿਧੀ ਚੰਦ ਜੀ ਨੂੰ ਖਤਮ ਕਰਨਾ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਸਾਡੇ ਦਾਅ ਥੱਲੇ ਆ ਜਾਵੇ, ਪਰ ਐਸਾ ਹੋ ਨਹੀਂ ਪਾ ਰਿਹਾ। ਸੋ ਦੂਜਾ ਇਹਦਾ ਇਹ ਵੀ ਭਾਵ ਅਰਥ ਹੈ, ਸ਼ਤਰੂ ਹੇਰ ਮਾਰਿਓ ਚਹਿਤ ਕਰ ਦਾਵ ਸੋ ਨਾਨਾ। ਭਾਈ ਬਿਧੀ ਚੰਦ ਜੀ ਕਈ ਪ੍ਰਕਾਰ ਦੇ ਦਾਵ ਪੇਚ ਖੇਡ ਕੇ ਸ਼ਤਰੂ ਨੂੰ ਵੇਖ ਵੇਖ ਕੇ ਵੀ ਕਿੱਥੇ ਕਿਹੜਾ ਖੜਾ ਹੈ, ਕਿਸ ਤਰ੍ਹਾਂ ਦੀ ਪੋਜੀਸ਼ਨ ਦੇ ਵਿੱਚ ਖੜਾ ਹੈ, ਕਿਉਂਕਿ ਇਹ ਨਹੀਂ ਕਿ ਦੁਸ਼ਮਣ ਸਾਹਮਣੇ ਆ ਗਿਆ ਬਸ ਵਾਰ ਕਰ ਦੋ, ਉਹਨੂੰ ਦੇਖਣਾ ਪੈਂਦਾ ਹੈ ਉਹ ਕਿੱਧਰੋਂ ਵਾਰ ਕਰਨ ਲੱਗਾ ਹੈ, ਉਹ ਕਿਸ ਤਰ੍ਹਾਂ ਦੀ ਪੋਜੀਸ਼ਨ ਲੈ ਕੇ ਖੜਾ ਹੋਇਆ ਹੈ। ਸੋ ਇਸ ਤਰ੍ਹਾਂ ਸ਼ਤਰੂ ਨੂੰ ਚੰਗੀ ਤਰ੍ਹਾਂ ਤੱਕ ਕੇ ਉਹਦੇ ਦਾਅ ਨੂੰ ਨਿਹਾਰ ਕੇ ਇਸ ਤਰ੍ਹਾਂ ਭਾਈ ਬਿਧੀ ਚੰਦ ਜੀ ਮਾਰ ਦਿੰਦੇ ਹਨ। ਕਿਸ ਕੋ ਜਤਨ ਨਾ ਬੋ ਚਲਤ ਹੈ ਆਪ ਸੋ ਮਰ ਜੈ। ਪਰ ਜੋ ਅਸਲ ਭਾਵ ਅਰਥ ਕਿ ਸ਼ਤਰੂ ਕਈ ਪ੍ਰਕਾਰ ਦੇ ਦਾਅ ਚੱਲਦੇ ਨੇ, ਪਰ ਕਿਸੇ ਦਾ ਯਤਨ ਜਿਹੜਾ ਉਹ ਚੱਲਦਾ ਨਹੀਂ ਹੈ। ਭਾਈ ਬਿਧੀ ਚੰਦ ਦੇ ਉੱਤੇ ਵਾਰ ਕਰਦੇ ਨੇ, ਇਹਨਾਂ ਨੂੰ ਖਤਮ ਕਰ ਦਈਏ, ਇਹਨਾਂ ਨੂੰ ਫੜ ਲਈਏ, ਕੋਈ ਦਾਅ ਚੱਲਦਾ ਨਹੀਂ, ਉਲਟਾ ਆਪ ਹੀ ਮਰ ਜਾਏ ਹੈ, ਆਪ ਹੀ ਭਾਈ ਬਿਧੀ ਚੰਦ ਹੱਥੋਂ ਮਰ ਜਾਂਦੇ ਹਨ। ਗਰਜ ਬੰਗਾਰਤ ਹਨਤ ਜਿਮ ਕੇ ਹਰ ਨਿਰਭੈ ਹੈ। ਤੇ ਇਸ ਤਰ੍ਹਾਂ ਗਰਜ ਬੰਗਾਰਤ ਹਨਤ ਤਿੰਨ ਸ਼ਬਦ ਆਉਂਦੇ ਨੇ। ਭਾਈ ਬਿਧੀ ਚੰਦ ਜੀ ਗਰਜਦੇ ਨੇ ਮੈਦਾਨੇ ਜੰਗ ਵਿੱਚ, ਫਿਰ ਵੰਗਾਰ, ਇਹ ਨਹੀਂ ਕਿ ਦੁਸ਼ਮਣ ਖੜਾ ਜਾ ਕੇ ਵਾਰ ਕਰ ਦੇਣਾ, ਜੇ ਕਿਸੇ ਦੀ ਪਿੱਠ ਹੈ ਤੇ ਉਹਨੂੰ ਵੰਗਾਰਦੇ ਸਨ ਕਿ ਮੇਰੇ ਵੱਲ ਮੂੰਹ ਕਰ, ਮੁਕਾਬਲਾ ਕਰ ਮੇਰਾ, ਉਹਨੂੰ ਵੰਗਾਰਦੇ ਸਨ ਤੇ ਵੰਗਾਰਨ ਤੋਂ ਬਾਅਦ ਹਨਤ ਉਹਨੂੰ ਖਤਮ ਕਰ ਦਿੰਦੇ ਸਨ। ਇਸ ਤਰ੍ਹਾਂ ਜਿਵੇਂ ਸ਼ੇਰ ਜੰਗਲ ਦੇ ਅੰਦਰ ਚਾਰੇ ਪਾਸੇ ਜਿਵੇਂ ਦੌੜਦਾ ਭੱਜਦਾ, ਇੰਜ ਭਾਈ ਬਿਧੀ ਚੰਦ ਜੀ ਸਾਰੇ ਮੈਦਾਨੇ ਜੰਗ ਵਿੱਚ ਆਪਣੀ ਮਰਜ਼ੀ ਮੁਤਾਬਕ ਇੱਧਰ ਉੱਧਰ ਵਿਚਰ ਰਹੇ ਤੇ ਜੂਝ ਰਹੇ ਹਨ। ਐ ਚਾਪ ਕੋ ਸਰ ਤਜੈ ਤਕ ਤਕ ਰਿਪ ਛਾਤੀ। ਸੋ ਇਸ ਤਰ੍ਹਾਂ ਤੱਕ ਤੱਕ ਰਿਪੂ ਛਾਤੀ, ਦੁਸ਼ਮਣ ਦੀ ਛਾਤੀ ਨੂੰ ਤੱਕ ਤੱਕ ਕੇ ਨਿਸ਼ਾਨੇ ਵਿੰਨ ਵਿੰਨ ਕੇ ਐਂਚ ਚਾਪ, ਧਨੁਸ਼ ਕਮਾਨ ਤੀਰ ਕਮਾਨ ਦੇ ਅੰਦਰ ਕਮਾਨ ਨੂੰ ਟਿਕਾ ਕੇ, ਤੀਰ ਨੂੰ ਟਿਕਾ ਕੇ, ਤੰਦੀ ਨੂੰ ਖਿੱਚ ਕੇ ਜਿਹੜਾ ਵੀ ਤੀਰ ਚਲਾਉਂਦੇ ਨੇ ਐਨ ਦੁਸ਼ਮਣ ਦੀ ਛਾਤੀ ਦਾ ਨਿਸ਼ਾਨਾ ਬੰਨ ਕੇ ਚਲਾਉਂਦੇ ਹਨ। ਲਗਤ ਪਾਰ ਹੀ ਪਰਤ ਹੈ ਤਰੈ ਪਪਾਤੀ। ਤੇ ਬਸ ਤੀਰ ਨਿਕਲਣ ਦੀ ਦੇਰ ਹੈ, ਲਗਤ ਪਾਰ ਹੀ ਪਰਤ ਹੈ, ਬਸ ਲੱਗਦੇ ਸਾਰ ਹੀ ਜਿਹਨੂੰ ਲੱਗ ਜਾਂਦਾ ਹੈ ਉਹ ਫਿਰ ਜਿਵੇਂ ਕਹਿ ਲਓ ਵੀ ਅਗਲਾ ਸਾਹ ਜਿਹੜਾ ਉਹ ਨਹੀਂ ਲੈਂਦਾ, ਉਸੇ ਵੇਲੇ ਘੋੜੇ ਤੋਂ ਥੱਲੇ ਡਿੱਗ ਪੈਂਦਾ ਹੈ। ਇਤਨੇ ਮੈਂ ਚੰਦੂ ਤਨਜ ਚਲ ਸਨਮੁਖ ਆਵਾ। ਇਹ ਭਾਰੀ ਜੰਗ ਚੱਲ ਹੀ ਰਿਹਾ ਹੈ ਕਿ ਇੰਨੇ ਦੇ ਵਿੱਚ ਜਿਹੜਾ ਚੰਦੂ ਹੈ, ਜਿਹਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸੀਸ ਵਿੱਚ ਉਹਨੇ ਰੇਤ ਪਵਾਇਆ, ਹਜ਼ੂਰ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ, ਫਿਰ ਸਮੇਂ ਦੇ ਮੁਤਾਬਕ ਗੁਰੂ ਹਰਗੋਬਿੰਦ ਮਹਾਰਾਜ ਨੇ ਉਹਨੂੰ ਸਜ਼ਾ ਵੀ ਦਿੱਤੀਆਂ। ਹੁਣ ਉਹਦਾ ਜਿਹੜਾ ਪੁੱਤਰ ਹੈ ਉਹ ਫਿਰ ਇਸੇ ਮੈਦਾਨੇ ਜੰਗ ਦੇ ਵਿੱਚ ਜੂਝਦਾ ਪਿਆ, ਜਿਹਨੂੰ ਕੱਲ ਅਬਦੁਲ ਖਾਨ ਨੇ ਕਿਹਾ ਸੀ ਕਿ ਚੱਲ ਤੂੰ ਅੱਗੇ ਹੋ। ਹੁਣ ਇਹ ਅੱਗੇ ਆਇਆ ਹੈ ਚੰਦੂ ਦਾ ਪੁੱਤਰ ਤੇ ਭਾਈ ਬਿਧੀ ਚੰਦ ਦੇ ਸਾਹਮਣੇ ਹੁੰਦਾ ਹੈ। ਪਰੀ ਲੋਥ ਪਰ ਲੋਥ ਜਹ ਸਰੋਣਤ ਬਿਥਰਾਵਾ। ਤੇ ਕਿਸ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਲੋਥ ਦੇ ਉੱਤੇ ਲੋਥ ਡਿੱਗੀ ਪਈ ਹੈ ਤੇ ਸ਼ਰੋਨਤ ਬਿਸਰਾਵਾ, ਸਾਰੇ ਪਾਸੇ ਲਹੂ ਹੀ ਲਹੂ ਜਿਹੜਾ ਹੈ ਉਹ ਪਸਰਿਆ ਪਿਆ ਹੈ। ਇੰਜ ਕਹਿ ਲਓ ਜਿਵੇਂ ਮਿੱਟੀ ਜਿਹੜੀ ਹੈ ਉਹ ਲਹੂ ਦੇ ਨਾਲ ਕਿਸੇ ਨੇ ਗੁੰਨ ਸੁੱਟੀ ਹੋਵੇ। ਕਰਤ ਚੌਂਪ ਆਗੇ ਅਰਿਓ ਮੂਰਖ ਮਤ ਹੀਨਾ। ਤੇ ਇਹ ਮੂਰਖ ਮਤ ਤੋਂ ਹੀਣਾ, ਕਰਤ ਚੌਂਪ ਆਗੇ ਅਰਿਓ, ਇਹ ਭਾਈ ਬਿਧੀ ਚੰਦ ਜੀ ਦੇ ਅੱਗੇ ਆ ਖੜਾ ਹੋਇਆ। ਹੱਥ ਦੇ ਵਿੱਚ ਇਹਦੇ ਵੀ ਧਨੁਸ਼ ਹੈ, ਇਹਦੇ ਕੋਲ ਵੀ ਸਾਰੇ ਜੰਗ ਦੇ ਸ਼ਸਤਰ ਨੇ। ਮੂਰਖ ਮਨ ਦੇ ਵਿੱਚ ਹੰਕਾਰ ਧਾਰਨ ਕਰਕੇ ਭਾਈ ਬਿਧੀ ਚੰਦ ਅੱਗੇ ਆ ਖੜਦਾ ਹੈ। ਵਿਦਿਏ ਕੀਨ ਚਿਨਾਰ ਕੋ ਬੜ ਆਨੰਦ ਲੀਨਾ। ਤੇ ਭਾਈ ਬਿਧੀ ਚੰਦ ਜੀ ਨੇ ਬੜੇ ਧਿਆਨ ਦੇ ਨਾਲ ਇਹਦੇ ਵੱਲ ਦੇਖਿਆ ਤੇ ਬੜਾ ਆਨੰਦ ਪ੍ਰਸੰਨ ਹੋਏ ਹਨ। ਕਹਿਤ ਪਇਓ ਮਮ ਪਿਤ ਹਤਿਓ ਤੈ ਗੁਰ ਕੇ ਆਗੇ। ਤੇ ਇਹਨੇ ਭਾਈ ਬਿਧੀ ਚੰਦ ਜੀ ਨੂੰ ਪਹਿਚਾਨਿਆ, ਚਿਨਾਰ ਪਹਿਚਾਨ ਲਿਆ ਇਹਨੇ, ਤੇ ਪਹਿਚਾਨ ਕੇ ਕਹਿੰਦਾ ਮਮ ਪਿਤ ਹਤਿਓ, ਮੈਨੂੰ ਯਾਦ ਆ ਗਿਆ, ਮੈਨੂੰ ਤੇਰਾ ਚਿਹਰਾ ਵੇਖ ਕੇ ਪਹਿਚਾਨ ਆ ਗਈ ਹੈ। ਭਾਵੇਂ ਉਦੋਂ ਮੇਰੀ ਉਮਰ ਜ਼ਿਆਦਾ ਵੀ ਨਹੀਂ ਸੀਗੀ, ਅੱਜ ਤੋਂ ਕਾਫੀ ਸਮਾਂ ਪਹਿਲਾਂ ਦੀ ਇਹ ਬਾਤ ਹੈ, ਪਰ ਮੈਨੂੰ ਫਿਰ ਵੀ ਤੇਰਾ ਚਿਹਰਾ ਜਿਹੜਾ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਤੂੰ ਮੇਰੇ ਪਿਤਾ ਨੂੰ ਮਾਰਿਆ ਸੀਗਾ। ਤੇ ਮਾਰਿਆ ਕਦੋਂ ਤੇ ਕਿਉਂ ਸੀ? ਤੂੰ ਗੁਰੂ ਹਰਗੋਬਿੰਦ ਮਹਾਰਾਜ ਦੇ ਕਹਿਣ ਤੇ
ਮੇਰੇ ਪਿਤਾ ਨੂੰ ਸਜ਼ਾਵਾਂ ਦਿੱਤੀਆਂ ਸਨ। ਕਰਤ ਪ੍ਰਤੀਖਨ ਮੈਂ ਰਹਿਓ ਸੋ ਅਬ ਫਲ ਲਾਗੇ। ਕਿਉਂਕਿ ਜਦੋਂ ਇਤਿਹਾਸ ਨੂੰ ਪਿਛਾਂ ਆਪਾਂ ਦੇਖਦੇ ਹਾਂ, ਜਦੋਂ ਚੰਦੂ ਦੇ ਨੱਕ 'ਚ ਨਕੇਲ ਪਾ ਕੇ ਇਹਨੂੰ ਗਲੀ ਗਲੀ ਦੇ ਵਿੱਚ ਫੇਰਿਆ ਗਿਆ, ਇਹਨੂੰ ਭਾਰੀ ਕੀਤੇ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ, ਇਹ ਸਾਰਾ ਕੁਝ ਜਿੱਥੇ ਗੁਰੂ ਹਰਗੋਬਿੰਦ ਮਹਾਰਾਜ ਜੀ ਆਪ ਵੀ ਦੇਖਦੇ, ਸਾਹਿਬ ਦੇ ਹੁਕਮ ਮੁਤਾਬਕ ਵੀ ਹੁੰਦਾ ਹੈ। ਪਰ ਜਦੋਂ ਲਾਹੌਰ ਦੀਆਂ ਗਲੀਆਂ ਵਿੱਚ ਇਹਨੂੰ ਧੋਇਆ ਗਿਆ ਤੇ ਭਾਈ ਬਿਧੀ ਚੰਦ ਜੀ ਇਹ ਸਾਰਾ ਕੁਝ ਜਿਹੜਾ ਜਿਵੇਂ ਕਹਿ ਲਓ ਨਾਲ ਚੱਲ ਕੇ ਇਹਨੂੰ ਸਜ਼ਾ ਦਿੰਦੇ ਪਏ ਨੇ, ਲੋਕਾਂ ਨੂੰ ਕਹਿ ਕੇ ਇਹਦੇ ਸਿਰ 'ਚ ਜੁੱਤੀਆਂ ਮਰਵਾਉਂਦੇ ਨੇ। ਇਸ ਕਰਕੇ ਚੰਦੂ ਦਾ ਪੁੱਤਰ ਕਹਿੰਦਾ ਹੈ ਕਿ ਮੈਂ ਤੁਹਾਨੂੰ ਪਹਿਚਾਨ ਲਿਆ, ਮੇਰੇ ਪਿਤਾ ਨੂੰ ਤੁਸੀਂ ਮਾਰਿਆ, ਬੜੀ ਬੁਰੀ ਤਰ੍ਹਾਂ ਮਾਰਿਆ, ਬੜੀਆਂ ਭਾਰੀ ਸਜ਼ਾਵਾਂ ਦੇ ਕੇ ਮਾਰਿਆ। ਮੈਂ ਤੇ ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਪ੍ਰਤੀਕਸ਼ਾ ਕਰਦਾ ਸੀ, ਇਸ ਗੱਲ ਦੀ ਉਡੀਕ ਵਿੱਚ ਸੀ ਕਿ ਤੁਸੀਂ ਕਦੋਂ ਮੇਰੇ ਸਾਹਮਣੇ ਆਵੇਂ ਤੇ ਮੈਂ ਤੇਰੇ ਤੋਂ ਬਦਲਾ ਲੈਣਾ ਕਰਾਂ। ਜਿਮ ਚਾਹਤ ਸੋ ਬਿਦ ਬਣੀ ਰਣ ਮਹਿ ਤੁਝ ਹੇਰੇ। ਤੇ ਮੈਂ ਤਾਂ ਜਿਵੇਂ ਸਾਰੀ ਜ਼ਿੰਦਗੀ ਚਾਹੁੰਦਾ ਸੀ, ਅੱਜ ਪਰਮੇਸ਼ਰ ਨੇ ਮੇਰੀ ਸੁਣ ਲਈ, ਬਿਦ ਬਣੀ ਉਹ ਵਿਧੀ ਬਣ ਗਈ। ਤੇ ਵਿਧੀ ਵੀ ਕਿੱਥੇ ਬਣੀ? ਇਹ ਨਹੀਂ ਵੀ ਆਪਾਂ ਕਿਸੇ ਸਭਾ ਵਿੱਚ ਮਿਲੇ ਹੋਈਏ, ਕਿਸੇ ਬਾਜ਼ਾਰ ਵਿੱਚ ਮਿਲੇ ਹੋਈਏ, ਕਿਸੇ ਆਮ ਥਾਂ ਤੇ ਮਿਲੇ ਹੋਈਏ, ਮਿਲੇ ਵੀ ਤੇ ਕਿੱਥੇ? ਮੈਦਾਨੇ ਜੰਗ ਦੇ ਵਿੱਚ, ਇਸ ਰਣ ਭੂਮੀ ਦੇ ਵਿੱਚ ਆਪਾਂ ਮਿਲੇ ਆ। ਕੈਸੀ ਪਰਮੇਸ਼ਰ ਨੇ ਵਿਧ ਬਣਾਈ ਕਿ ਤੇਰੇ ਹੱਥ ਵਿੱਚ ਵੀ ਸ਼ਸਤਰ, ਮੇਰੇ 'ਚ ਵੀ, ਤੇ ਮੈਂ ਹੁਣ ਤੇਰੇ ਤੋਂ ਬਦਲਾ ਲਵਾਂਗਾ। ਪਿਤ ਪਲਟਾ ਇਹ ਕਰਜ ਸਿਰ ਉਤਰਹਿ ਅਬ ਮੇਰੇ। ਮੇਰੇ ਸਿਰ ਤੇ ਬੜੇ ਸਮੇਂ ਦਾ ਇਹ ਕਰਜ਼ਾ ਚੜਿਆ ਹੋਇਆ ਸੀ। ਉਹ ਕਾਹਦਾ ਸੀ? ਪਿਤ ਪਲਟਾ, ਕਿ ਮੈਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਸੀ, ਪਰ ਮੈਨੂੰ ਸਮਾਂ ਨਹੀਂ ਸੀ ਮਿਲਦਾ ਪਿਆ। ਤੂੰ ਮੇਰੇ ਹੱਥ ਨਹੀਂ ਸੀ ਆਉਂਦਾ, ਤੂੰ ਮੇਰੇ ਸਾਹਮਣੇ ਨਹੀਂ ਸੀ ਆ ਰਿਹਾ, ਤੇਰਾ ਤੇ ਮੇਰਾ ਮਿਲਾਪ ਨਹੀਂ ਸੀ ਹੋ ਰਿਹਾ ਕਦੀ। ਇਸ ਕਰਕੇ ਅੱਜ ਮਿਲਾਪ ਹੋ ਗਿਆ, ਮਿਲਾਪ ਵੀ ਹੋ ਗਿਆ ਤੇ ਤੂੰ ਮੇਰੇ ਸਾਹਮਣੇ ਵੀ ਖੜਾ ਹੋਇਆ, ਤੇ ਮੇਰੇ ਸਿਰ ਤੇ ਬੜਾ ਭਾਰੀ ਕਰਜ਼ਾ ਹੈ, ਤੇ ਅੱਜ ਮੈਂ ਉਹ ਕਰਜ਼ਾ ਜਿਹੜਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਕੇ ਲਾ ਦੇਣਾ ਹੈ। ਪੂਰਬ ਤੁਮ ਕੋ ਮਾਰ ਕੈ ਰਣ ਖੇਤ ਮਜਾਰੇ। ਕਹਿੰਦਾ ਸਾਰਿਆਂ ਤੋਂ ਪਹਿਲਾਂ, ਇਹ ਚੰਦੂ ਦਾ ਪੁੱਤਰ ਕਹਿ ਰਿਹਾ ਹੈ, ਕਹਿੰਦਾ ਭਾਈ ਬਿਧੀ ਚੰਦ ਸਾਰਿਆਂ ਤੋਂ ਪਹਿਲਾਂ ਮੈਂ ਤੈਨੂੰ ਹੀ ਮਾਰਨਾ, ਹੁਣ ਹੋਰ ਮੇਰਾ ਕੋਈ ਮਕਸਦ ਨਹੀਂ ਆ, ਹੁਣ ਪਹਿਲਾਂ ਤੈਨੂੰ ਮਾਰਨਾ, ਰਣ ਖੇਤ ਮਝਾਰੇ, ਤੇ ਮਾਰਨਾ ਵੀ ਇਸੇ ਮੈਦਾਨੇ ਜੰਗ ਦੇ ਵਿੱਚ, ਇਸੇ ਭੂਮੀ ਤੇ ਮਾਰਨਾ ਹੈ। ਹਰ ਗੋਬਿੰਦ ਕੋ ਪੁਨ ਗਹੋ ਜੋ ਦਾ ਬਰੀਆਰੇ। ਤੇ ਫਿਰ ਅਗਲਾ ਸ਼ਬਦ ਕਹਿੰਦਾ ਪਹਿਲਾਂ ਮੈਂ ਤੈਨੂੰ ਮਾਰਨਾ, ਫਿਰ ਉਸ ਤੋਂ ਅਗਲਾ ਕਦਮ ਜਿਹੜਾ ਮੈਂ ਪੁੱਟਣਾ ਹੈ ਉਹ ਪਤਾ ਕਿੱਧਰ ਨੂੰ? ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵੱਲ ਮੈਂ ਕਦਮ ਪੁੱਟਣਾ, ਕਿਉਂਕਿ ਉਹਨਾਂ ਨੇ ਮੇਰੇ ਪਿਤਾ ਨੂੰ ਸਜ਼ਾਵਾਂ ਦਿੱਤੀਆਂ ਨੇ। ਪਹਿਲਾਂ ਤੈਨੂੰ ਮਾਰਨਾ, ਫਿਰ ਗੁਰੂ ਹਰਗੋਬਿੰਦ ਮਹਾਰਾਜ ਦੇ ਵੱਲ ਜਾਣਾ ਹੈ। ਸੁਨਤ ਹਸਿਓ ਵਿਦਿਆ ਅਦਿਕ ਉੱਤਰ ਕੋ ਦੀਨਾ। ਤੇ ਜਦੋਂ ਇਹਨੇ ਸ਼ਬਦ ਕਹੇ ਨਾ ਕਿ ਮੈਂ ਤੈਨੂੰ ਮਾਰ ਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਖਤਮ ਕਰਨਾ ਹੈ ਜਾਂ ਉਹਨਾਂ ਨੂੰ ਪਕੜ ਲੈਣਾ ਹੈ, ਉਹਨਾਂ ਤੋਂ ਬਦਲਾ ਲੈਣਾ ਹੈ, ਕੈਸੀਆਂ ਹਾਸੋਹੀਣੀਆਂ ਗੱਲਾਂ ਸਨ। ਤੇ ਵਾਕਈ ਸੁਣ ਕੇ ਵੀ ਹਾਸਾ ਆਉਂਦਾ ਹੈ ਕਿ ਮੇਰੀ ਪੀਰੀ ਦੇ ਪਾਤਸ਼ਾਹ ਦੇ ਨਾਲ ਇੱਕ ਇਸ ਤਰ੍ਹਾਂ ਦਾ ਬੰਦਾ ਕਵੇ ਮੈਂ ਜਾ ਕੇ ਉਹਨਾਂ ਦੇ ਨਾਲ ਟਾਕਰਾ ਕਰਨਾ, ਉਹਨਾਂ ਦਾ ਮੁਕਾਬਲਾ ਕਰਨਾ, ਉਹਨਾਂ ਦੇ ਵਾਰ ਰੋਕਣੇ ਨੇ। ਤੇ ਵਾਕਈ ਹਾਸੋਹੀਣੀ ਗੱਲ ਹੈ ਵੀ ਜਿਵੇਂ ਇੱਕ ਮੱਛਰ ਜਾਂ ਕੀੜੀ ਜਾਂ ਛੋਟਾ ਜਿਹਾ ਜੀਵ ਪਹਾੜ ਨਾਲ ਮੱਥਾ ਲਾਉਣ ਦੀ ਗੱਲ ਕਰਦਾ ਹੋਵੇ। ਭਾਈ ਬਿਧੀ ਚੰਦ ਜੀ ਸੁਣ ਕੇ ਬੜੇ ਉੱਚੀ ਸਾਰੀ ਹੱਸੇ ਨੇ। ਕਮਾਲ ਦੀ ਗੱਲ ਹੈ, ਗੁਰੂ ਕਾ ਸਿੱਖ ਕਿੰਨੀ ਚੜ੍ਹਦੀ ਕਲਾ ਵਿੱਚ ਹੈ। ਨਹੀਂ ਤੇ ਆਪਾਂ ਨੂੰ ਕਿਤੇ ਮਾੜੀ ਜਿਹੀ ਕੋਈ ਮੁਸੀਬਤ ਪਈ ਹੋਵੇ ਤੇ ਕੋਈ ਕੋਲ ਖੜਾ ਹੱਸ ਵੀ ਪਵੇ ਤੇ ਆਪਾਂ ਕਹਿੰਦੇ ਲੈ ਤੈਨੂੰ ਹਾਸਾ ਸੁੱਝਦਾ ਪਿਆ, ਮੇਰੀ ਜਾਨ ਨਿਕਲਦੀ ਪਈ ਹੈ, ਸਾਡੇ ਘਰ ਏਡੀ ਵਿਪਤਾ ਪਈ ਹੋਈ ਹੈ, ਸਾਡੇ ਤੇ ਏਡਾ ਦੁੱਖ ਪੈ ਗਿਆ, ਤੁਸੀਂ ਹੱਸਦੇ ਫਿਰਦੇ ਹੋ। ਪਰ ਗੁਰੂ ਕੇ ਸਿੱਖ ਕਿੰਨੀ ਚੜ੍ਹਦੀ ਕਲਾ ਵਿੱਚ ਨੇ ਕਿ ਸਾਰੇ ਪਾਸੇ ਲੋਥਾਂ ਵਿਛੀਆਂ ਪਈਆਂ ਨੇ, ਸਾਰੇ ਪਾਸੇ ਲੋਹੇ ਨਾਲ ਲੋਹਾ ਖੜਕਦਾ ਹੈ, ਕੋਈ ਪਤਾ ਨਹੀਂ ਕਿਹੜੇ ਪਾਸਿਓਂ ਕਿਹੜੇ ਤੀਰ ਨੇ ਆ ਕੇ ਸਰੀਰ ਵਿੱਚ ਵੱਜ ਜਾਣਾ ਹੈ, ਕਿਹੜੀ ਗੋਲੀ ਨੇ ਕਿਹੜੇ ਪਾਸਿਓਂ ਆ ਕੇ ਸਰੀਰ ਵਿੱਚ ਵੱਜ ਜਾਣਾ ਹੈ। ਪਰ ਇਹਦੀ ਗੱਲ ਸੁਣ ਕੇ ਭਾਈ ਬਿਧੀ ਚੰਦ ਉੱਚੀ ਸਾਰੀ ਖਿੜਖੜਾ ਕੇ ਹੱਸੇ, ਤੈਨੂੰ ਜਵਾਬ ਦਿੰਦਿਆਂ ਕਹਿਣ ਲੱਗੇ ਚਹਿਤ ਉਤਾਰਿਓ ਪਿਤ ਕਰਜ ਤੂੰ ਮਹਾਪ੍ਰਵੀਨਾ। ਕਿ ਭਾਈ ਕਰਮ ਚੰਦ ਤੂੰ ਬੜਾ ਸਿਆਣਾ, ਬੜਾ ਚਤੁਰ ਹੈ, ਤੇ ਵਾਕਈ ਤੇਰੀ ਚਤੁਰਾਈ ਦੱਸਦੀ ਹੈ ਕਿ ਤੂੰ ਪਿਤਾ ਦਾ ਕਰਜ਼ ਜਿਹੜਾ ਆਪਣੇ ਸਿਰ ਤੋਂ ਬਦਲਾ ਲੈ ਕੇ ਲਾਉਣਾ ਚਾਹੁੰਦਾ ਹੈ। ਅਬ ਤੁਝ ਕੋ ਮਾਰਹਿ ਤੁਰਤ ਰਿਣ ਕੌਣ ਉਤਾਰੇ। ਪਰ ਮੈਨੂੰ ਇੱਕ ਗੱਲ ਦੱਸ, ਹੁਣ ਤੂੰ ਕਹਿੰਦਾ ਮੈਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ, ਮੇਰੇ ਸਿਰ ਤੇ ਕਰਜ਼ਾ ਮੈਂ ਲਾਉਣਾ ਹੈ, ਪਰ ਭਾਈ ਬਿਧੀ ਚੰਦ ਕਹਿੰਦੇ ਮੈਂ ਤਾਂ ਤੁਰੰਤ ਹੁਣ ਤੈਨੂੰ ਮਾਰ ਦੇਣਾ, ਤੇ ਫਿਰ ਕਰਜ਼ ਕੌਣ ਹੀ ਉਤਾਰੇ? ਜਿਹੜਾ ਤੂੰ ਕਹਿ ਰਿਹਾ ਕਿ ਮੈਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਕੇ ਕਰਜ਼ਾ ਲਾਉਣਾ ਹੈ, ਮੈਂ ਤੈਨੂੰ ਹੀ ਮਾਰ ਦੇਣਾ ਅੱਧੇ ਮਿੰਟ ਤੱਕ, ਫਿਰ ਦੱਸ ਇਹ ਕਰਜ਼ਾ ਕੌਣ ਲਾਵੇਗਾ? ਇਹ ਸੰਸਾਰ ਸਭ ਕਰਤ ਹੈ
ਕਿਮ ਨਰਣ ਧਾਰੇ। ਤੇ ਭਾਈ ਸਾਹਿਬ ਕਹਿਣ ਲੱਗੇ ਸਾਰੇ ਮਨ 'ਚ ਸੰਸਾ ਕਰਨਗੇ ਤੇ ਕਰਦੇ ਵੀ ਹਨ ਕਿ ਜਦੋਂ ਤੈਨੂੰ ਮਾਰਤਾ ਫਿਰ ਤੇਰਾ ਕਰਜ਼ਾ ਕੌਣ ਲਾਵੇਗਾ। ਤੂੰ ਤੇ ਆਪਣੇ ਪਿਤਾ ਦਾ ਕਰਜ਼ਾ ਲਾਉਣ ਆ ਗਿਆ, ਜਦੋਂ ਤੈਨੂੰ ਮਾਰਤਾ ਤੇਰੇ ਤੋਂ ਤਾਂ ਤੇਰੇ ਪਿਤਾ ਦਾ ਹੀ ਨਹੀਂ ਲੈਣਾ ਤੇ ਫਿਰ ਤੇਰਾ ਕਰਜ਼ਾ ਕੌਣ ਲਾਵੇਗਾ। ਇਹ ਸ਼ੰਕਾ ਪੈਦਾ ਹੋ ਜਾਂਦਾ ਹੈ। ਕਰਮ ਚੰਦ ਇਮ ਸੁਨਤ ਹੀ ਤਕ ਤੀਰ ਪ੍ਰਹਾਰਾ। ਇਹਦਾ ਨਾਂ ਸੀ ਕਰਮ ਚੰਦ, ਚੰਦੂ ਦਾ ਜਿਹੜਾ ਪੁੱਤਰ ਹੈ। ਇਹਨੂੰ ਜਦੋਂ ਭਾਈ ਬਿਧੀ ਚੰਦ ਨੇ ਇਸ ਤਰ੍ਹਾਂ ਮਜ਼ਾਕ ਕਰਕੇ ਹਾਸੇ ਦੇ ਵਿੱਚ ਇਹ ਸ਼ਬਦ ਜਦੋਂ ਕਿਹਾ, ਇਹਦਾ ਕ੍ਰੋਧ, ਇਹਦਾ ਗੁੱਸਾ ਹੋਰ ਉਬਾਲਾ ਖਾਂਦਾ ਹੈ। ਇਹ ਉਸੇ ਵੇਲੇ ਫਿਰ ਹੱਥ ਦੇ ਵਿੱਚ ਤੀਰ ਕਮਾਨ ਸੰਭਾਲ ਕੇ ਭਾਈ ਬਿਧੀ ਚੰਦ ਜੀ ਦੇ ਵੱਲ ਨਿਸ਼ਾਨਾ ਸਾਧਦਾ ਹੈ। ਤਨ ਵਿਦਿਏ ਕੇ ਤਕ ਛੁਬਿਓ ਗੈ ਖੈਚ ਨਿਕਾਰਾ। ਇਹਨੇ ਬੜੀ ਸ਼ੀਘਰਤਾ ਨਾਲ ਵਾਰ ਕੀਤਾ, ਜਿਵੇਂ ਕਹਿ ਲਓ ਵੀ ਗੱਲਾਂ ਕਰਦਿਆਂ ਕਰਦਿਆਂ ਨੇ ਇੱਕਦਮ ਆਪਣੇ ਸ਼ਸਤਰ ਨੂੰ ਸੰਭਾਲਿਆ ਤੇ ਕਮਾਨ ਦੇ ਵਿੱਚੋਂ ਤੀਰ ਜਿਹੜਾ ਉਹ ਕੱਢ ਦਿੱਤਾ। ਭਾਈ ਬਿਧੀ ਚੰਦ ਜੀ ਦੇ ਜਾ ਕੇ ਸਰੀਰ ਨੂੰ ਲੱਗਾ, ਪਰ ਥੋੜਾ ਜਿਹਾ ਮਾਤਰ, ਜਿਵੇਂ ਕਹਿ ਲਓ ਸਰੀਰ ਦੇ ਅੰਦਰ ਪੂਰੀ ਤਰ੍ਹਾਂ ਖੁੱਭ ਨਾ ਸਕਿਆ। ਇਹਦੇ ਵਿੱਚ ਇੰਨਾ ਬਲ ਹੀ ਨਹੀਂ ਸੀ ਕਿ ਇੰਨੀ ਜ਼ੋਰ ਨਾਲ ਹੀ ਕਿਤੇ ਤੀਰ ਚਲਾ ਸਕਦਾ। ਸੋ ਜਿੰਨਾ ਕੁ ਵੀ ਖੁੱਭਿਆ, ਭਾਈ ਬਿਧੀ ਚੰਦ ਜੀ ਨੇ ਇੱਕ ਹੱਥ ਦੇ ਨਾਲ ਆਪਣੇ ਸਰੀਰ ਵਿੱਚੋਂ ਉਸ ਤੀਰ ਨੂੰ ਬਾਹਰ ਕੱਢ ਕੇ ਦਿੱਤਾ, ਖਿੱਚ ਦਿੱਤਾ। ਪੁਨ ਤੀਰਨ ਹੀ ਤੀਰ ਖਰ ਤਕ ਔਰ ਚਲਾਇਓ। ਫਿਰ ਤੀਰਨ ਹੀ ਤੀਰ ਖਾ, ਭਾਈ ਬਿਧੀ ਚੰਦ ਜੀ ਵੀ ਤੀਰ ਚਲਾਉਣ ਲੱਗੇ। ਪਰ ਇਹ ਬੜਾ ਚਤੁਰ ਹੈ ਇਹ ਕਰਮ ਚੰਦ ਜਿਹੜਾ। ਜਦੋਂ ਇਹਨੇ ਵੇਖਿਆ ਕਿ ਮੈਂ ਪਹਿਲਾ ਵਾਰ ਕੀਤਾ ਤੇ ਪਹਿਲਾ ਵਾਰ ਕਰਦਿਆਂ ਹੀ ਇਹਨਾਂ ਦੇ ਸਰੀਰ ਨੂੰ ਕੋਈ ਫਰਕ ਨਹੀਂ ਪਿਆ, ਇਹ ਦੂਜਾ ਚਲਾਉਣ ਲੱਗਾ ਉਸੇ ਵੇਲੇ। ਪਰ ਇਧਰੋਂ ਨਾਲ ਹੀ ਭਾਈ ਬਿਧੀ ਚੰਦ ਜੀ ਨੇ ਤੀਰ ਦਾ ਵਾਰ ਕਰ ਦਿੱਤਾ। ਹੈ ਖੁਦਾਏ ਵਿਦਿਏ ਤਬੈ ਨਿਜ ਗਾਤਿ ਬਚਾਇਓ। ਪਰ ਇਧਰ ਇਹ ਜਿਹੜਾ ਕਰਮ ਚੰਦ ਹੈ, ਕਿਉਂਕਿ ਇਹ ਵੀ ਸੂਰਮਾ ਘੱਟ ਨਹੀਂ ਹੈ, ਦਾ ਰੁਕ ਨੇ ਇਹਨੂੰ ਵੀ ਬੜੀ ਚੰਗੀ ਤਰ੍ਹਾਂ ਆਉਂਦੇ ਨੇ, ਕਲਾ ਇਹਦੇ ਕੋਲ ਵੀ ਬੜੀ। ਜਿਵੇਂ ਭਾਈ ਬਿਧੀ ਚੰਦ ਜੀ ਨੇ ਤੀਰ ਚਲਾਇਆ, ਇਹਨੇ ਉਸੇ ਵੇਲੇ ਆਪਣਾ ਘੋੜਾ ਜਿਹੜਾ ਸੀ ਉਹਨੂੰ ਕੁਦਾ ਦਿੱਤਾ, ਤਾਂ ਨੂੰ ਜਿਵੇਂ ਕਹਿ ਲਓ ਘੋੜੇ ਨੂੰ ਛਾਲ ਦੇਣਾ, ਉਹਦੀਆਂ ਲਗਾਮਾਂ ਖਿੱਚੀਆਂ। ਤੇ ਭਾਈ ਸਾਹਿਬ ਜੀ ਦਾ ਜਿਹੜਾ ਤੀਰ ਸੀ ਉਹ ਸਿੱਧਾ ਇਹਦੇ ਮੱਥੇ ਵਿੱਚ ਵੱਜਣ ਦੀ ਬਜਾਏ ਜਿਵੇਂ ਇਹਦੇ ਮੱਥੇ ਦਾ ਨਿਸ਼ਾਨਾ ਸਾਧਿਆ, ਪਰ ਇਹਨੇ ਅੱਗੋਂ ਘੋੜੇ ਦੇ ਦੋਵੇਂ ਪੌੜ ਚੁਕਾ ਦਿੱਤੇ ਤੇ ਹੁਣ ਘੋੜੇ ਦਾ ਮੱਥਾ ਜਿਹੜਾ ਇਹਦੇ ਮੱਥੇ ਦੇ ਬਰਾਬਰ ਹੋ ਗਿਆ ਤੇ ਭਾਈ ਸਾਹਿਬ ਦਾ ਤੀਰ ਜਿਹੜਾ ਸਿੱਧਾ ਜਾ ਕੇ ਘੋੜੇ ਦੇ ਮੱਥੇ ਵਿੱਚ ਵੱਜਦਾ ਹੈ ਤੇ ਘੋੜਾ ਜਿਹੜਾ ਹੈ ਉਹ ਤੀਰ ਉਹਦੇ ਆਰ ਪਰ ਹੁੰਦਾ ਹੈ। ਆਪ ਚਾਪ ਗਹਿ ਦਿੜ ਤੁਰਤ ਤਾਨਿਓ ਧਰ ਬਾਨਾ। ਤੇ ਉਸੇ ਵੇਲੇ ਇਹ ਘੋੜਾ ਜਿਹੜਾ ਹੈ ਥੱਲੇ ਡਿੱਗਦਾ ਹੈ ਤੇ ਬੜੀ ਬੁਰੀ ਤਰ੍ਹਾਂ ਇਹ ਘੋੜਾ ਜਿਹੜਾ ਜਿਵੇਂ ਕਹਿ ਲਓ ਜ਼ਖਮੀ ਹੋ ਕੇ ਮੌਤ ਦੇ ਘਾਟ ਉਤਰਦਾ ਹੈ। ਸਨਮੁਖ ਹਵੈ ਛੋਰਾ ਤਬੈ ਤਕ ਸਤਰੂ ਨਿਸ਼ਾਨਾ। ਸੋ ਇਸ ਤਰ੍ਹਾਂ ਤਾਨਿਓ ਧਰ ਬਾਨਾ। ਸੋ ਇਸ ਤਰ੍ਹਾਂ ਫਿਰ ਇਹ ਜਿਹੜਾ ਬਾਨਾ, ਇਹ ਤੀਰ ਜਿਹੜਾ ਸੀ ਭਾਈ ਬਿਧੀ ਚੰਦ ਜੀ ਨੇ ਚਲਾਇਆ, ਘੋੜੇ ਦੇ ਲੱਗਿਆ। ਸਨਮੁਖ ਹਵੈ ਸ਼ੋਰਾ ਤਬਹਿ ਤਬ ਸ਼ਤਰੂ ਨਿਸ਼ਾਨਾ। ਇਸ ਤਰ੍ਹਾਂ ਸਨਮੁਖ ਹੋ ਕਰਕੇ ਫਿਰ ਇਹ ਨਿਸ਼ਾਨਾ ਜਿਹੜਾ ਲਾਇਆ ਗਿਆ ਸੀ। ਲਗਿਓ ਬਾਜ ਕੇ ਪਾਲ ਮਹਿ ਗਹਿ ਪਾਛਲ ਪਾਰਾ। ਸੋ ਇਹ ਜਦੋਂ ਬਾਜ ਕੇ ਪਾਲ ਮੈਂ ਭਾਵੇਂ ਜਦੋਂ ਘੋੜੇ ਦੇ ਮੱਥੇ ਵਿੱਚ ਲੱਗਾ ਜਾ ਕਰਕੇ, ਝੜ ਅਵਨੀ ਪਰ ਗਿਰ ਪਰਿਓ ਜਨ ਕਾਜ ਸੰਘਾਰਾ। ਉਸੇ ਵੇਲੇ ਝਾੜ ਭਾਵ ਕੇ ਝੱਟ ਹੀ ਅਵਨੀ ਪਰ ਗਿਰ ਪਰਿਓ। ਘੋੜੇ ਨੇ ਦੇਰ ਨਹੀਂ ਲਾਈ, ਕਿਉਂਕਿ ਹੁਣ ਉਹਦੇ ਤੀਰ ਵੱਜਾ, ਇੱਕਦਮ ਘੋੜਾ ਜਿਹੜਾ ਉਹ ਜ਼ਮੀਨ ਦੇ ਉੱਤੇ ਪਲਟ ਕੇ ਡਿੱਗ ਪਿਆ ਹੈ। ਪਹੁੰਚਿਓ ਵਿਦਿਆ ਨਿਕਟ ਚਲਨ ਹੈ ਖੜਗ ਪ੍ਰਹਾਰਾ। ਪਰ ਹੁਣ ਗੁਰੂ ਕੇ ਸਿੱਖ ਦਾ ਜੀਵਨ ਦੇਖੋ, ਜਦੋਂ ਹੁਣ ਕਰਮਚੰਦ ਦਾ ਘੋੜਾ ਡਿੱਗ ਪਿਆ ਤੇ ਇੰਜ ਡਿੱਗਾ ਜਿਵੇਂ ਕੋਈ ਹਾਥੀ ਡਿੱਗ ਪੈਂਦਾ, ਕਿਉਂਕਿ ਬੜਾ ਬਲੀ ਘੋੜਾ ਸੀ ਇਹਦਾ ਵੀ। ਭਾਈ ਬਿਧੀ ਚੰਦ ਜੀ ਨੇ ਜਦੋਂ ਵੇਖਿਆ ਵੀ ਤੀਰ ਦੇ ਘੋੜੇ ਦੇ ਵੱਜਾ ਹੈ, ਘੋੜਾ ਡਿੱਗ ਪਿਆ, ਸੂਰਮਾ ਕਰਮਚੰਦ ਘੋੜੇ ਤੋਂ ਥੱਲੇ ਡਿੱਗ ਪਿਆ ਹੈ। ਹੁਣ ਕੋਈ ਆਮ ਮਨੁੱਖ ਹੁੰਦਾ ਨਾ, ਜੇ ਇੰਜ ਵੀ ਕਹਿ ਸਕਦੇ ਆ, ਜੇ ਇਹੀ ਘਟਨਾ ਕਿਤੇ ਭਾਈ ਬਿਧੀ ਚੰਦ ਨਾਲ ਹੋਈ ਹੁੰਦੀ ਤੇ ਆਪ ਜੀ ਸਰਵਣ ਕਰੋ, ਕਰਮਚੰਦ ਨੇ ਸਕਿੰਟ ਨਹੀਂ ਸੀ ਲਾਉਣਾ, ਮੌਕਾ ਸੰਭਾਲਦੇ ਆ। ਜੇ ਹੋਰ ਵੀ ਕੋਈ ਦੁਸ਼ਮਣ ਹੁੰਦਾ, ਕੋਈ ਵੀ ਹੁੰਦਾ, ਉਹਨੇ ਉਸੇ ਵੇਲੇ ਮੌਕਾ ਸੰਭਾਲ ਕੇ ਵਾਰ ਕਰਨਾ ਸੀ। ਪਰ ਭਾਈ ਬਿਧੀ ਚੰਦ ਜੀ ਨੇ ਕੀ ਕੀਤਾ, ਤੱਕਿਆ ਕਿ ਤੀਰ ਘੋੜੇ ਦੇ ਲੱਗਾ, ਘੋੜਾ ਜ਼ਮੀਨ ਤੇ ਡਿੱਗ ਪਿਆ, ਅਸਵਾਰ ਵੀ ਜ਼ਮੀਨ ਤੇ ਡਿੱਗ ਪਿਆ ਤੇ ਭਾਈ ਬਿਧੀ ਚੰਦ ਜੀ ਆਪਣੇ ਘੋੜੇ ਤੋਂ ਥੱਲੇ ਉਤਰਦੇ ਹਨ, ਕੋਲ ਆਉਂਦੇ ਨੇ ਤੇ ਨਹਿ ਖੜਕ ਪ੍ਰਹਾਰਾ। ਤੇ ਕੋਲ ਆ ਕੇ ਨਹੀਂ ਵੀ ਤੂੰ ਹੁਣ ਡਿੱਗ ਪਿਆ ਤੇ ਲਿਆ ਮੈਂ ਤੇਰੀ ਧੌਣ ਦੇ ਉੱਤੇ ਤਲਵਾਰ ਦਾ ਵਾਰ ਕਰਕੇ ਤੇ ਮੌਕਾ ਸੰਭਾਲ ਲਵਾਂ। ਨਹਿ ਖੜਕ ਪ੍ਰਹਾਰਾ, ਭਾਈ ਸਾਹਿਬ ਜੀ ਨੇ ਆਪਣੀ ਤਲਵਾਰ ਦਾ ਵਾਰ ਨਹੀਂ ਕੀਤਾ। ਦਬੀ ਟਾਂਗ ਹੈ ਕੇ ਤਰੇ ਤਰ ਉਤਰ ਨਿਕਾਰਾ। ਭਾਈ ਸਾਹਿਬ ਜੀ ਨੇ ਕੀ ਦੇਖਿਆ ਕਿ ਦਬੀ ਟਾਂਗ, ਕਰਮਚੰਦ ਦੀ ਲੱਤ ਜਿਹੜੀ ਹੈ ਨਾ, ਤਰ ਕੇ ਤਰੇ, ਉਹ ਘੋੜੇ ਦੇ ਥੱਲੇ ਆ ਗਈ ਹੈ। ਤੇ ਭਾਈ ਬਿਧੀ ਚੰਦ ਜੀ ਆਪਣੇ ਘੋੜੇ ਤੋਂ ਥੱਲੇ ਉਤਰਦੇ ਨੇ, ਕਿੱਡੇ ਪਿਆਰ ਨਾਲ ਉਤਰੇ
ਤੇ ਆ ਕਰਕੇ ਜਦੋਂ ਦੇਖਿਆ ਇਹਦੀ ਲੱਤ ਇਹਦੇ ਘੋੜੇ ਥੱਲੇ ਆਈ ਪਈ ਹੈ ਤੇ ਇਹ ਜ਼ਖਮੀ ਨਹੀਂ ਹੈ, ਚੰਗਾ ਭਲਾ ਹੈ, ਕੋਈ ਵਾਰ ਨਹੀਂ ਕੀਤਾ, ਉਲਟਾ ਇਹਦਾ ਬਚਾਅ ਕਰਨ ਲੱਗੇ। ਗਹਿਲੀਨਸ ਕਰ ਸਿਗਰਤਾ ਪਾਛੇ ਕੋ ਚਾਲਾ। ਤੇ ਫਿਰ ਨਾ ਗਹਿਲੀਨਸ ਕਰ ਸ਼ੀਗਰਤਾ, ਭਾਈ ਸਾਹਿਬ ਜੀ ਨੇ ਘੋੜੇ ਦੇ ਥੱਲੇ ਇਹਨੂੰ ਖਿੱਚ ਕੇ ਕੱਢਿਆ, ਇਹਦੇ ਤੇ ਕੋਈ ਵਾਰ ਨਹੀਂ ਕੀਤਾ, ਕਿਉਂਕਿ ਗੁਰੂ ਕੇ ਸਿੱਖ ਦਾ ਸੁਭਾਅ ਹੈ ਉਹ ਕਦੀ ਡਿੱਗੇ ਤੇ ਵਾਰ ਨਹੀਂ ਕਰਦਾ, ਭੱਜੇ ਜਾਂਦੇ ਤੇ ਵਾਰ ਨਹੀਂ ਕਰਦਾ, ਨਿਹੱਥੇ ਤੇ ਵਾਰ ਨਹੀਂ ਕਰਦਾ। ਇਹ ਤੇ ਦੂਜੇ ਜਾਂ ਹੋਰ ਕਿਸੇ ਫੌਜਾਂ ਦੇ ਸੁਭਾਅ ਹੋ ਸਕਦੇ, ਪਰ ਗੁਰੂ ਕਾ ਸਿੱਖ ਆਪਣੇ ਸੁਭਾਅ ਨੂੰ ਕਿਤੇ ਵੀ ਨਹੀਂ ਛੱਡਦਾ, ਭਾਵੇਂ ਉਹ ਮੈਦਾਨੇ ਜੰਗ ਵਿੱਚ ਹੋਵੇ, ਭਾਵੇਂ ਘਰ ਦੇ ਵਿੱਚ ਹੋਵੇ, ਭਾਵੇਂ ਸੰਸਾਰ ਤੇ ਕਿਤੇ ਵੀ ਵਰਤਦਾ ਵਿਚਰਦਾ ਹੋਵੇ, ਉਹ ਆਪਣੇ ਜੋ ਅਸੂਲ ਨੇ, ਜੋ ਸਿੱਖੀ ਦੇ ਸਿਧਾਂਤ ਨੇ, ਉਹਨਾਂ ਤੋਂ ਕਦੀ ਵੀ ਨਹੀਂ ਭਟਕਦਾ, ਕਦੀ ਵੀ ਤਿਲਾਂਜਲੀ ਨਹੀਂ ਦਿੰਦਾ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਇਹਨੂੰ ਘੋੜੇ ਦੇ ਥੱਲਿਓਂ ਦੀ ਲੱਤ ਜਿਹੜੀ ਸੀ ਖਿੱਚ ਕੇ ਬਾਹਰ ਕੱਢੀ ਤੇ ਇਹਨੂੰ ਪਕੜ ਕੇ ਪਛਾਹ ਨੂੰ ਲੈ ਤੁਰੇ ਹਨ। ਅਪਰ ਸੇਖ ਅਰ ਤੁਰਕਤ ਹੈ ਰਣ ਮਚਿਓ ਕਰਾਲਾ। ਪਛਾਹ ਨੂੰ ਕਿੱਧਰ ਨੂੰ ਲੈ ਕੇ ਤੁਰੇ ਨੇ? ਗੁਰੂ ਹਰਗੋਬਿੰਦ ਮਹਾਰਾਜ ਜੀ ਵੱਲ ਲੈ ਕੇ ਤੁਰ ਪਏ ਨੇ। ਹੁਣ ਜਿਹੜੇ ਹੋਰ ਇਹਨਾਂ ਦੇ ਨਾਲ ਦੇ ਸਨ, ਜੋ ਇੱਧਰ ਪਠਾਣੀ ਫੌਜਾਂ ਵਾਲੇ ਪਾਸਿਓਂ ਸਨ, ਉਹਨਾਂ ਨੇ ਜਦੋਂ ਵੇਖਿਆ ਕਿ ਭਾਈ ਕਰਮਚੰਦ ਨੂੰ ਫੜ ਕੇ ਇਹ ਤੇ ਗੁਰੂ ਸਾਹਿਬ ਜੀ ਦੇ ਵੱਲ ਲਿਜਾ ਰਿਹਾ ਤੇ ਜ਼ਰੂਰ ਇਹਨਾਂ ਨੂੰ ਖਤਮ ਕਰ ਦੇਣਗੇ, ਇਹ ਜ਼ਰੂਰ ਸਾਡਾ ਸੂਰਮਾ ਮਾਰ ਦੇਣਗੇ। ਹੁਣ ਆਪਣੇ ਸੂਰਮੇ ਨੂੰ ਛਡਾਉਣਾ ਹਰ ਫੌਜ ਦਾ ਫਰਜ਼ ਹੁੰਦਾ ਹੈ। ਤਾਂ ਪਠਾਣੀ ਫੌਜਾਂ ਇੱਕਦਮ ਭਾਈ ਬਿਧੀ ਚੰਦ ਜੀ ਦੇ ਉੱਤੇ ਹੱਲਾ ਕਰਨਾ ਚਾਹੁੰਦੀਆਂ ਨੇ ਕਿ ਅਸੀਂ ਇਹਦੇ ਹੱਥ ਚੋਂ ਕਰਮਚੰਦ ਨੂੰ ਛੁਡਾ ਲਈਏ। ਪਰੇ ਬਹੁਤ ਅਰ ਰਾਇ ਕੈ ਤਹ ਚਹਿਤ ਛੁਟਾਇਓ। ਤੇ ਚਹਿਤ ਛੁਟਾਇਓ, ਪਰੇ ਬਹੁਤ ਅਰ ਰਾਇਕ ਹੈ, ਬੜਾ ਭਾਰੀ ਇੱਕ ਹੱਲਾ ਬੋਲਦੇ ਨੇ ਕਿ ਅਸੀਂ ਕਿਸੇ ਤਰ੍ਹਾਂ ਆਪਣਾ ਬੰਦਾ ਛੁਡਾ ਲਈਏ। ਗੁਰ ਦਲ ਤੇ ਸਲਕਾਂ ਚਲੀ ਸਭ ਕੋ ਅਟਕਾਇਓ। ਪਰ ਇੱਧਰ ਜਿਹੜੀ ਗੁਰੂ ਕੀਆਂ ਫੌਜਾਂ ਨੇ, ਗੁਰੂ ਕੇ ਸਿੱਖਾਂ ਨੇ ਜਦੋਂ ਦੇਖਿਆ, ਸਾਰਾ ਦ੍ਰਿਸ਼ ਤੁਸੀਂ ਬੜੀ ਸਮਝ ਨਾਲ ਸਮਝ ਹੀ ਸਕਦੇ ਹੋ ਵੀ ਗੁਰੂ ਕੇ ਸਿੱਖਾਂ ਨੂੰ ਦਿਸ ਰਿਹਾ ਭਾਈ ਬਿਧੀ ਚੰਦ ਨੇ ਕਰਮਚੰਦ ਨੂੰ ਫੜ ਲਿਆ, ਇਹ ਗੁਰੂ ਸਾਹਿਬ ਵਾਲੇ ਪਾਸੇ ਲੈ ਕੇ ਜਾ ਰਿਹਾ, ਤੇ ਪਠਾਣੀ ਫੌਜਾਂ ਜਿਹੜੀਆਂ ਨੇ ਹਮਲਾ ਕਰਕੇ ਕਰਮਚੰਦ ਨੂੰ ਛਡਾਉਣਾ ਚਾਹੁੰਦੀਆਂ ਨੇ। ਤਾਂ ਗੁਰੂ ਕੀਆਂ ਫੌਜਾਂ ਨੇ ਵੀ ਉਸੇ ਵੇਲੇ ਭਾਈ ਬਿਧੀ ਚੰਦ ਜੀ ਦਾ ਬਚਾਅ ਕਰਦਿਆਂ ਉਹਨਾਂ ਪਠਾਣੀ ਫੌਜਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰ ਭਾਈ ਬਿਧੀ ਚੰਦ ਜੀ ਨੇ ਇਹਨਾਂ ਨੂੰ ਰੋਕਿਆ ਕਿ ਜੇ ਤੁਸੀਂ ਇਸ ਤਰ੍ਹਾਂ ਬਹੁਤ ਜ਼ੋਰ ਦੀਆਂ ਗੋਲੀਆਂ ਚਲਾਉਂਦੇ ਹੋ ਸਕਦਾ ਇੱਕਦਮ ਇਹ ਕੀਤੀ ਹੋਈ ਗੋਲੀ ਦੀ ਵਰਖਾ ਜਿਹੜੀ ਹੈ ਇਹ ਸਾਡੇ ਵੀ ਲੱਗ ਸਕਦੀ ਹੈ, ਕਿਉਂਕਿ ਫੌਜਾਂ ਸਾਡੇ ਇਰਦ ਗਿਰਦ ਹੋ ਚੁੱਕੀਆਂ ਨੇ। ਪਰ ਗੁਰੂ ਕੀਆਂ ਫੌਜਾਂ ਨੇ ਉਹ ਪਠਾਣੀ ਫੌਜਾਂ ਨੂੰ ਰੋਕ ਲਿਆ ਹੈ। ਕਰੇ ਸਿਗਰਤਾ ਬਲ ਸਹਿਤ ਕਹਿ ਆਨਿਓ ਬੈਰੀ। ਤੇ ਕਰੇ ਸ਼ੀਗਰਤਾ, ਭਾਈ ਸਾਹਿਬ ਜੀ ਨੇ ਬੜੀ ਸ਼ੀਗਰਤਾ ਕੀਤੀ, ਬਲ ਸਹਿਤ, ਬਲ ਦੇ ਨਾਲ, ਕਿਉਂਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇੰਨੀ ਛੇਤੀ ਕੋਈ ਕੰਮ ਕਰਨਾ ਬਿਨਾਂ ਬਲ ਤੋਂ ਨਹੀਂ ਹੋ ਸਕਦਾ। ਕਿਸੇ ਨੂੰ ਧੂ ਕੇ ਲੈ ਜਾਣਾ, ਸਰੀਰ 'ਚ ਤਾਕਤ ਚਾਹੀਦੀ ਹੈ। ਕਰਮਚੰਦ ਵੀ ਬੜਾ ਬਲਵਾਨ ਹੈ। ਸੋ ਭਾਈ ਸਾਹਿਬ ਜੀ ਨੇ ਬੜੇ ਬਲ ਦੇ ਨਾਲ, ਬੜੀ ਤੇਜ਼ੀ ਦੇ ਨਾਲ ਇਹਨੂੰ ਫੜਿਆ ਤੇ ਧੂੰਦੇ ਲਿਜਾ ਰਹੇ ਨੇ ਤੇ ਲਿਜਾ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪੈਰ ਚਰਨਾਂ ਤੇ ਰੱਖ ਦਿੱਤਾ। ਸ੍ਰੀ ਹਰਗੋਬਿੰਦ ਜਹ ਪਾਇਓ ਤਿਨ ਪੈਰੀ। ਜਿਸ ਥਾਂ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਹਨ, ਉੱਥੇ ਲਿਜਾ ਕੇ ਪਾਇਓ ਤਿਨ ਪੈਰੀ। ਇਸ ਵੈਰੀ ਨੂੰ, ਇਸ ਦੁਸ਼ਮਣ ਨੂੰ ਭਾਈ ਬਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੇ ਜਾ ਰੱਖਿਆ। ਨੀਚ ਗਰੀਬ ਕੋ ਕਰ ਰਹਿਓ ਨਹਿ ਸਨਮੁਖ ਜੋਵਾ। ਜਦੋਂ ਇਹ ਖੜਾ ਹੋ ਗਿਆ ਨਾ ਸਾਹਮਣੇ, ਭਾਈ ਸਾਹਿਬ ਜੀ ਨੇ ਲਿਜਾ ਇਹਨੂੰ ਸੁੱਟਿਆ ਕਿ ਮਹਾਰਾਜ ਆ ਪਿਆ ਜੇ ਦੁਸ਼ਮਣ। ਮਹਾਰਾਜ ਬਹੁਤ ਜੰਗੇ ਮੈਦਾਨ ਦੇ ਵਿੱਚ ਉਛਲਦਾ ਸੀ। ਹੁਣ ਕਰਮਚੰਦ ਦੀਆਂ ਅੱਖਾਂ ਵੀ ਨੀਵੀਆਂ ਤੇ ਗਰੀਬ ਇਹਦੀ ਧੌਣ ਵੀ ਨੀਵੀਂ। ਇਹਦੇ ਤੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਿਹਰੇ ਵੱਲ ਤੱਕਿਆ ਹੀ ਨਹੀਂ ਜਾ ਰਿਹਾ। ਇੱਕ ਤਾਂ ਗੁਰੂ ਸਾਹਿਬ ਜੀ ਦਾ ਨੂਰ ਇੰਨਾ ਕਿ ਇਹਦੀ ਕੀ ਮਜਾਲ ਗੁਰੂ ਸਾਹਿਬ ਜੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਸਕੇ। ਦੂਜਾ ਇਹਦਾ ਕੋ ਕਰਮ, ਮਾੜਾ ਕਰਮ ਇਹਦਾ ਇਸ ਤਰ੍ਹਾਂ ਦਾ ਕਿ ਇਹਨੂੰ ਹਿਆ ਨਹੀਂ ਪੈਂਦਾ ਕਿ ਗੁਰੂ ਸਾਹਿਬ ਜੀ ਦੇ ਅੱਗੇ ਸਿਰ ਚੁੱਕ ਸੁਕੇ। ਕਿਉਂਕਿ ਅਸਲ ਦੇ ਵਿੱਚ ਜਿਸ ਬੰਦੇ ਨੂੰ ਜ਼ਿੰਦਗੀ ਦੇ ਗੁਨਾਹ ਦਿਸਦੇ ਹੋਣ, ਉਹ ਕਦੀ ਗੁਰੂ ਦੇ ਸਾਹਮਣੇ ਅੱਖਾਂ ਚੁੱਕ ਹੀ ਨਹੀਂ ਸਕਦਾ। ਇਹ ਤੇ ਸਾਡੇ ਜੀਵਨ ਨੇ ਕਿ ਆਪਾਂ ਗੁਰੂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬੈਠੇ ਰਹਿੰਦੇ ਹਾਂ, ਪਰ ਨਹੀਂ, ਜੇ ਕਿਤੇ ਜ਼ਿੰਦਗੀ ਦੇ ਗੁਨਾਹ ਦਿਸਦੇ ਹੋਣ ਤੇ ਗੁਰੂ ਦੇ ਸਾਹਮਣੇ ਅੱਖ ਚੁੱਕਣ ਦੀ ਹਿੰਮਤ ਨਹੀਂ ਪਏਗੀ, ਜਦੋਂ ਪਤਾ ਹੋਵੇ ਕਿ ਗੁਰੂ ਸਾਰਾ ਕੁਝ ਜਾਣਦਾ ਹੈ। ਸੋ ਖੈਰ, ਕਈ ਪੱਖ ਇੱਥੇ ਵੇਖ ਕੇ ਇਹਦੇ ਹਿੰਮਤ ਨਹੀਂ ਪੈ ਰਹੀ ਕਿ ਗੁਰੂ ਸਾਹਿਬ ਦੇ ਸਾਹਮਣੇ ਅੱਖ ਚੁੱਕ ਸਕੇ। ਇਹ ਅੱਖਾਂ ਤੇ ਧੌਣ ਨੀਵੀਂ ਕਰਕੇ ਖੜਾ ਹੈ। ਵਿਦਿਆ ਬੋਲਿਓ ਪ੍ਰਭੂ ਜੀ ਰਿਣ ਬੜ ਸਿਰ ਹੋਵਾ। ਤੇ ਭਾਈ ਬਿਧੀ ਚੰਦ ਜੀ ਕੋਲੋਂ ਬੋਲੇ, ਕਹਿੰਦੇ ਪ੍ਰਭੂ ਜੀ, ਇਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ, ਆ ਜਿਹੜਾ ਸੂਰਮਾ ਤੁਹਾਡੇ ਸਾਹਮਣੇ ਲਿਆ ਖੜਾ ਕੀਤਾ ਨਾ, ਇਹ ਮੈਨੂੰ ਉੱਥੇ ਕਹਿ ਰਿਹਾ ਸੀ ਰਿਣ ਵੱਢ ਹੋਵਾ,
ਮੇਰੇ ਸਿਰ ਤੇ ਬੜਾ ਭਾਰੀ ਕਰਜ਼ਾ ਚੜਿਆ ਹੋਇਆ ਤੇ ਮੈਂ ਇਸ ਮੈਦਾਨੇ ਜੰਗ ਵਿੱਚੋਂ ਕਰਜ਼ਾ ਲਾਉਣ ਆਇਆ ਹਾਂ। ਪਲਟਾ ਪਿਤ ਲੈਵੇ ਆਇਓ ਰਣ ਉਤਰਿਓ ਨਾਹੀ। ਤੇ ਮਹਾਰਾਜ ਜੀ ਇਹ ਨਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਂਦਾ ਫਿਰਦਾ ਹੈ। ਇਹ ਮੇਰੇ ਤੋਂ ਵੀ ਬਦਲਾ ਲੈਣਾ ਚਾਹੁੰਦਾ ਹੈ ਤੇ ਤੁਹਾਡੇ ਤੋਂ ਵੀ, ਭਾਵੇਂ ਮੈਨੂੰ ਵੀ ਖਤਮ ਕਰਨਾ ਚਾਹੁੰਦਾ ਹੈ ਤੇ ਤੁਹਾਨੂੰ ਵੀ ਖਤਮ ਕਰਨਾ ਚਾਹੁੰਦਾ ਹੈ। ਪਰ ਅਫਸੋਸ ਰਣ ਉਤਰਿਓ ਨਾਹੀ। ਮਹਾਰਾਜ ਨੇ ਕੋਸ਼ਿਸ਼ ਬੜੀ ਕੀਤੀ, ਬੜਾ ਇਹ ਜਿਵੇਂ ਕਹਿ ਲਓ ਵੀ ਆਪਣੇ ਆਪ ਦੇ ਵਿੱਚ ਬਲ ਧਾਰ ਕੇ ਬੜਾ ਮੈਨੂੰ ਵੰਗਾਰ ਕੇ ਲਲਕਾਰ ਕੇ ਕਹਿੰਦਾ ਹੈ ਕਿ ਮੈਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਵਾਂਗਾ। ਪਰ ਮਹਾਰਾਜ ਅਫਸੋਸ ਇਹ ਵਿਚਾਰੇ ਦੀ ਮਨ ਦੀਆਂ ਮਨ 'ਚ ਹੀ ਰਹਿ ਗਈਆਂ, ਇਹਦੇ ਤੋਂ ਕਰਜ਼ਾ ਨਹੀਂ ਉਤਰ ਸਕਿਆ। ਬੰਧੋ ਮਸਕੈ ਪਾਗ ਸੋ ਪਗ ਸ਼੍ਰਿੰਖਲ ਪਾਹੀ। ਤੇ ਮਹਾਰਾਜ ਹੁਣ ਮੇਰਾ ਤੇ ਇਹ ਵਿਚਾਰ ਹੈ ਵੀ ਆਪਾਂ ਹੁਣ ਇਹਦੀਆਂ ਮੁਸ਼ਕਾਂ ਬੰਨ੍ਹ ਦਈਏ ਤੇ ਇਹਦੇ ਪੈਰਾਂ ਦੇ ਵਿੱਚ ਸੰਗਲ ਪਾ ਦਈਏ ਤੇ ਪੈਰਾਂ 'ਚ ਬੇੜੀਆਂ ਪਾ ਦੇਣਾ ਕਰੀਏ। ਗੁਰ ਕਿਰਪਾਲ ਹਸ ਕਰ ਕਹਿਓ ਕਿਆ ਇਸ ਤੇ ਲੈਬੋ। ਤੇ ਗੁਰੂ ਸਾਹਿਬ ਜੀ, ਗੁਰੂ ਹਰਗੋਬਿੰਦ ਮਹਾਰਾਜ ਕਿਰਪਾਲੂ ਸਤਿਗੁਰੂ, ਦੇਖੋ ਇਸ ਤਰ੍ਹਾਂ ਮੈਂ ਫਿਰ ਜ਼ਿਕਰ ਕਰਾਂ, ਕੋਈ ਆਮ ਕੋਈ ਰਾਜਾ ਹੋਵੇ ਜਾਂ ਕੋਈ ਨੇਤਾ ਹੋਵੇ ਜਾਂ ਕੋਈ ਵੀ ਇਸ ਤਰ੍ਹਾਂ ਦੀ ਧਿਰ ਹੋਵੇ, ਉਹਦਾ ਦੁਸ਼ਮਣ ਉਹਦੇ ਸਾਹਮਣੇ ਖੜਾ ਹੋਵੇ ਤੇ ਉਹਦੇ ਕੋਲ ਸਾਰੇ ਜਿਵੇਂ ਕਹਿ ਲਓ ਵੀ ਸਮੇਂ ਵੀ ਹੋਣ, ਉਹ ਕੁਛ ਵੀ ਦੁਸ਼ਮਣ ਨਾਲ ਕਰ ਸਕਦਾ ਹੋਵੇ, ਕਦੀ ਨਹੀਂ ਬਖਸ਼ੇਗਾ। ਪਰ ਭਾਈ ਬਿਧੀ ਚੰਦ ਜੀ ਨੇ ਵੀ ਇਹਨੂੰ ਘੋੜੇ ਥੱਲੋਂ ਖਿੱਚਿਆ, ਗੁਰੂ ਸਾਹਿਬ ਜੀ ਦੇ ਸਾਹਮਣੇ ਜਦੋਂ ਕਿਹਾ ਮਹਾਰਾਜ ਇਹਦੀਆਂ ਮੁਸ਼ਕਾਂ ਬੰਨ੍ਹ ਦਈਏ, ਇਹਦੇ ਪੈਰੀ ਬੇੜੀਆਂ ਪਾ ਦਈਏ, ਇਹਦੇ ਪੈਰੀ ਸੰਗਲ ਪਾ ਦਈਏ, ਤਾਂ ਗੁਰੂ ਹਰਗੋਬਿੰਦ ਮਹਾਰਾਜ ਕਿਰਪਾਲੂ ਹੱਸ ਕਹਿਓ। ਹੱਸ ਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ, ਛੋਰ ਦੇਹੋ ਕੁੜੀਆਰ ਕੋ ਪੁਨ ਕਰ ਹੈ ਨ ਐਬੋ। ਸਾਹਿਬ ਕਹਿੰਦੇ ਕਿਆ ਇਸ ਤੇ ਲੈਬੋ, ਕਿ ਭਾਈ ਬਿਧੀ ਚੰਦ ਛੱਡ, ਇਹਦੇ ਤੋਂ ਕੀ ਲੈਣਾ। ਜਿਵੇਂ ਆਪਾਂ ਕਹਿੰਦੇ ਛੱਡੋ ਇਹਦੇ ਤੋਂ ਕੀ ਲੈਣਾ, ਸਾਹਿਬ ਕਹਿੰਦੇ ਇਹਦੇ ਤੋਂ ਕੀ ਬਦਲਾ ਲੈਣਾ, ਇਹਦੀਆਂ ਮੁਸ਼ਕਾਂ ਬੰਨ ਕੇ ਕੀ ਕਰਨਾ, ਇਹਦੇ ਪੈਰੀ ਸੰਗਲ ਪਾ ਕੇ ਕੀ ਕਰਨਾ ਵਿਚਾਰੇ ਦੇ। ਹਜ਼ੂਰ ਪਾਤਸ਼ਾਹ ਜੀ ਨਾਲ ਹੀ ਫਿਰ ਜਵਾਬ ਦਿੰਦੇ ਨੇ, ਕਹਿੰਦੇ ਛੋਰ ਦੇਹੋ ਕੁੜਿਆਰ ਕੋ ਪੁਨ ਕਰਹਿ ਨਾ ਐਬੋ। ਸਾਹਿਬ ਕਹਿੰਦੇ ਇਸ ਕੂੜਿਆਰ ਨੂੰ, ਇਸ ਝੂਠੇ ਨੂੰ ਛੱਡ ਦਿਓ। ਕੈਸੇ ਦਿਆਲੂ ਕਿਰਪਾਲੂ ਦੁਸ਼ਮਣ ਸਾਹਮਣੇ ਹੈ, ਹੱਥ ਵਿੱਚ ਹੈ, ਸਾਹਿਬ ਕਹਿੰਦੇ ਨਹੀਂ ਛੱਡ ਦਿਓ, ਜਾਣ ਦਿਓ ਇਹਨੂੰ। ਪੁਨ ਕਰਹਿ ਨਾ ਐਬੋ, ਸਾਹਿਬ ਕਹਿੰਦੇ ਦੁਬਾਰਾ ਇਹ ਇਸ ਤਰ੍ਹਾਂ ਦਾ ਐਬ ਕਰੇਗਾ ਹੀ ਨਹੀਂ, ਕਿਉਂਕਿ ਇਹਦੇ 'ਚ ਇੰਨੀ ਹਿੰਮਤ ਹੀ ਨਹੀਂ ਹੈਗੀ। ਇਹਨੂੰ ਇੱਕ ਵਾਰ ਹੱਥ ਲੱਗ ਗਏ ਨੇ, ਇਹਨੂੰ ਪਤਾ ਲੱਗ ਗਿਆ ਸਾਡੀ ਤਾਕਤ ਦਾ, ਹੁਣ ਇਹਦਾ ਹੀ ਨਹੀਂ ਪੈਣਾ ਵੀ ਇਹ ਦੁਬਾਰਾ ਕੁਝ ਕਰ ਸਕੇਗਾ। ਸੋ ਖੈਰ ਸਮੇਂ ਮੁਤਾਬਕ ਸਾਹਿਬ ਕਹਿਣ ਲੱਗੇ ਇਹਨੂੰ ਕੇਰਾਂ ਛੱਡ ਦੇਣਾ ਕਰੋ। ਜਥਾ ਦੁਸ਼ਟ ਪਿਤ ਸੁਤ ਤਥਾ ਤੁਰਕਨ ਕੇ ਚੇਰੇ। ਹਜ਼ੂਰ ਕਹਿੰਦੇ ਕਮਾਲ ਦੀ ਗੱਲ, ਕਿਸ ਤਰ੍ਹਾਂ ਦੀ ਦੁਸ਼ਟਤਾਈ ਇਹਨਾਂ ਦੇ ਖੂਨ 'ਚ ਭਰੀ ਹੋਈ ਹੈ। ਜਥਾ ਦੁਸ਼ਟ ਪਿਤ, ਜਿਸ ਤਰ੍ਹਾਂ ਦਾ ਦੁਸ਼ਟ ਇਹਦਾ ਪਿਤਾ ਸੀ, ਤਥਾ ਸੁਤ, ਪੁੱਤਰ ਵੀ ਉਸੇ ਤਰ੍ਹਾਂ ਦਾ ਹੀ ਨਿਕਲਿਆ। ਜਿਸ ਤਰ੍ਹਾਂ ਦਾ ਦੁਸ਼ਟ ਚੰਦੂ ਸੀ, ਹਜ਼ੂਰ ਕਹਿੰਦੇ ਉਸੇ ਤਰ੍ਹਾਂ ਦਾ ਦੁਸ਼ਟ ਕਰਮਚੰਦ ਨਿਕਲ ਆਇਆ। ਤੇ ਨਾਲ ਸਾਹਿਬ ਜੀ ਨੇ ਅਗਲਾ ਸ਼ਬਦ ਕਿਹਾ ਤੁਰਕਨ ਕੇ ਚੇਰੇ, ਕਿ ਤੁਰਕਾਂ ਦੇ ਚੇਲੇ ਬਣੇ ਫਿਰਦੇ ਨੇ। ਇਹ ਚੇਰੇ ਦਾ ਅਰਥ ਕਈ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਕਿ ਤੁਰਕਾਂ ਦੇ ਤਲਵੇ ਚੱਟਦੇ ਫਿਰਦੇ ਨੇ, ਭਾਵ ਉਹਨਾਂ ਦੀਆਂ ਜੁੱਤੀਆਂ ਚੱਟਦੇ ਫਿਰਦੇ ਹਨ। ਕੁਛ ਕਜੂਤ ਸਿਰ ਮੈਂ ਹੱਥ ਹੈ ਸਿਮਰਹਿ ਗੁਣ ਤੇਰੇ। ਤੇ ਸਾਹਿਬ ਬੜਾ ਮੁਸਕਰਾ ਕੇ ਭਾਈ ਬਿਧੀ ਚੰਦ ਨੂੰ ਕਹਿੰਦੇ ਇਹ ਕੋਈ ਬਹੁਤਾ ਵੱਡਾ ਸੂਰਮਾ ਨਹੀਂ ਹੈਗਾ, ਇਹ ਕੋਈ ਬਹੁਤ ਬਲਵਾਲ ਨਹੀਂ ਹੈਗਾ ਵੀ ਤੂੰ ਸਮਝੇ ਵੀ ਇਹ ਪਤਾ ਨਹੀਂ ਕਿੱਡੀ ਕੁ ਚੀਜ਼ ਹੈ। ਕੁਛ ਕਜੂਤ ਇਨ ਸਿਰ ਪਰਿਓ, ਸਾਹਿਬ ਕਹਿੰਦੇ ਇਹਦੇ 4 ਜੁੱਤੀਆਂ ਸਿਰ 'ਚ ਵੱਜਣ ਦੀ ਦੇਰ ਹੈ। ਇਹ ਤੇਰਾ ਨਾਮ ਸਿਮਰੇਗਾ, ਦੇਖੀ ਇਹ ਤੇਰੇ ਗੁਣ ਗਾਉਣ ਲੱਗ ਜਾਏਗਾ, ਕਿਉਂਕਿ ਇਹ ਜੁੱਤੀਆਂ ਨਾਲ ਮੰਨਣ ਵਾਲੇ ਲੋਕ ਨੇ। ਮੈਂ ਇੱਕ ਜ਼ਿਕਰ ਕਰਾਂ, ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਉਹਨਾਂ ਦਾ ਜੀਵਨ ਹੂਬਹੂ ਇਸੇ ਤਰ੍ਹਾਂ ਦਾ ਹੀ ਹੁੰਦਾ, ਕਿਉਂਕਿ ਜੇ ਇਹ ਜੁੱਤੀਆਂ ਚੱਟਦਾ ਤੁਰਕਾਂ ਦੀਆਂ ਤੇ ਤਾਂ ਵੀ ਜੁੱਤੀ ਇਹਦੇ ਪੱਲੇ 'ਚ ਹੈ, ਤੇ ਜੇ ਹੁਣ ਇੱਧਰ ਆਇਆ ਤੇ ਤਾਂ ਵੀ ਜੁੱਤੀਆਂ ਹੀ ਇਹਦੇ ਪੱਲੇ ਵਿੱਚ ਹੈ। ਇੱਕ ਜ਼ਿੰਦਗੀ ਦੀ ਸਿਚੁਏਸ਼ਨ ਕਈ ਵਾਰ ਕਈਆਂ ਦੀ ਐਸੀ ਹੁੰਦੀ ਹੈ ਕਿ ਜੇ ਉਹ ਚੱਟਣ ਤੇ ਤਾਂ ਵੀ ਜੁੱਤੀਆਂ, ਜੇ ਖਾਣ ਤੇ ਤਾਂ ਵੀ ਜੁੱਤੀਆਂ, ਉਹਨਾਂ ਦੇ ਪੱਲੇ ਇਸ ਤੋਂ ਸਿਵਾ ਰਹਿੰਦਾ ਹੀ ਕੁਛ ਨਹੀਂ ਹੈ। ਸੋ ਇਹ ਜ਼ਿੰਦਗੀ ਇਹਨਾਂ ਦੀ ਬਣ ਚੁੱਕੀ। ਹਜ਼ੂਰ ਪਾਤਸ਼ਾਹ ਕਹਿੰਦੇ ਉਧਰ ਜਾਂਦਾ ਹੈ ਤੇ ਜੁੱਤੀਆਂ ਚੱਟਦਾ ਹੈ, ਤੇ ਜੇ ਹੁਣ ਤੇਰੇ ਕੋਲ ਤੂੰ 4 ਜੁੱਤੀਆਂ ਦੇ ਸਿਰ 'ਚ ਮਾਰ ਤੇ ਇਹਨੇ ਤੇਰੇ ਵੀ ਸੋਲੇ ਗਾਉਣ ਲੱਗ ਜਾਣੇ ਨੇ। ਇਹ ਇਸ ਤਰ੍ਹਾਂ ਦੇ ਲੋਕ ਹਨ। ਹੁਕਮ ਮਾਨ ਤਿਆਗਿਓ ਤਬੈ ਪਨਹੀ ਕਛ ਮਾਰੇ। ਉਸੇ ਵੇਲੇ ਨਾ ਭਾਈ ਬਿਧੀ ਚੰਦ ਜੀ ਨੇ ਹੁਕਮ ਮਾਨ, ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ। ਮਹਾਰਾਜ ਨੇ ਕਿਹਾ ਸੀ ਨਾ ਬਸ 4 ਕੁ ਜੁੱਤੀਆਂ ਮਾਰ, ਵੇਖੀ ਤੇਰੇ ਗੁਣ ਗਾਉਂਦਾ। ਉਸੇ ਵੇਲੇ ਜੁੱਤੀ ਲਾਈ ਤੇ ਭਾਈ ਬਿਧੀ ਚੰਦ ਜੀ ਦੇ ਸਿਰ 'ਚ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਬਸ ਜਿਵੇਂ ਹੀ ਸਿਰ ਦੇ ਵਿੱਚ ਮਾਰਨੀਆਂ ਸ਼ੁਰੂ ਕੀਤੀਆਂ, ਨਾਲ ਹੀ ਇਹ ਸਾਰੇ ਗੁਣ ਗਾਉਣ ਲੱਗ ਪਿਆ। ਨਹੀਂ ਬੋਲ ਮੁਖ ਆਬ ਤੋ ਭਾਗਿਓ ਛੁਟੀ ਹਾਰੇ। ਇਹਦੇ ਤੋਂ ਬਹੁਤਾ ਕੁਝ ਨਹੀਂ ਬੋਲਿਆ ਜਾ ਰਿਹਾ,
ਜਿਵੇਂ ਇਹਦੇ ਪੈਣੀਆਂ ਸ਼ੁਰੂ ਹੋ ਗਈਆਂ ਨੇ, ਭਾਗਿਓ ਛੁਟਹਾਰੇ, ਇਹ ਛੁੱਟ ਕੇ ਭੱਜਦਾ ਹੈ। ਪਰ ਇੱਕ ਇਹਦਾ ਇਹ ਵੀ ਹੈ ਕਿ ਇਹਦੀ ਇਹ ਹਿੰਮਤ ਨਹੀਂ ਕਿ ਭਾਈ ਬਿਧੀ ਚੰਦ ਦੇ ਹੱਥੋਂ ਛੁੱਟ ਸਕੇ। ਜੇ ਛੁੱਟਣ ਦਾ ਇਹਦੇ 'ਚ ਬਲ ਹੁੰਦਾ ਤੇ ਜਦੋਂ ਇਹਨੂੰ ਧੂ ਕੇ ਲੈ ਕੇ ਆਏ ਸੀ ਉਦੋਂ ਵੀ ਛੁੱਟ ਜਾਂਦਾ। ਇਹ ਛੁੱਟਣ ਦਾ ਭਾਵ ਇਹ ਨਾ ਸਮਝ ਲੈਣਾ ਵੀ ਇਹਦੇ 'ਚ ਇੰਨੀ ਤਾਕਤ ਸੀ, ਇਹ ਭੱਜਣ ਲੱਗਾ ਭਾਈ ਬਿਧੀ ਚੰਦ ਦੇ ਹੱਥੋਂ ਛੁੱਟ ਗਿਆ। ਹੋ ਹੀ ਨਹੀਂ ਸਕਦਾ ਭਾਈ ਬਿਧੀ ਚੰਦ ਦੇ ਹੱਥੋਂ ਇਹ ਛੁੱਟ ਸਕੇ। ਗੁਰੂ ਸਾਹਿਬ ਨੇ ਭਾਈ ਬਿਧੀ ਚੰਦ ਨੂੰ ਕਿਹਾ ਸੀ ਛੱਡ ਦੇ ਇਹਨੂੰ, 4 ਜੁੱਤੀਆਂ ਦੇ ਸਿਰ 'ਚ ਮਾਰ ਤੇ ਇਹਨੂੰ ਛੱਡ ਦੇ। ਤੇ ਜਦੋਂ ਇਹਨੇ ਦੇ ਪੈ ਗਈਆਂ, ਇਹ ਭੱਜਣ ਲੱਗਾ, ਭਾਈ ਬਿਧੀ ਚੰਦ ਨੇ ਆਪ ਹੀ ਹੱਥ ਛੱਡ ਦਿੱਤਾ ਵੀ ਹੁਣ ਤੂੰ ਜਾ ਸਕਦਾ ਹੈ, ਕਿਉਂਕਿ ਮੈਂ ਆਪਣੇ ਗੁਰੂ ਦਾ ਹੁਕਮ ਵਜਾ ਰਿਹਾ। ਗੁਰੂ ਨੇ ਕਿਹਾ ਜੁੱਤੀਆਂ ਮਾਰ, ਮੈਂ ਮਾਰਤੀਆਂ। ਗੁਰੂ ਨੇ ਕਿਹਾ ਛੱਡ ਦੇ, ਮੈਂ ਛੱਡ ਦਿੱਤਾ। ਸੋ ਇਸ ਤਰ੍ਹਾਂ ਜਿਵੇਂ ਹੀ ਛੁੱਟਿਆ ਤੇ ਦੌੜ ਕੇ ਆਪਣੇ ਪਾਲੇ, ਆਪਣੇ ਪੱਖ, ਆਪਣੀਆਂ ਫੌਜਾਂ ਵੱਲ ਜਾਣ ਲੱਗਾ। ਜਾਏ ਮਿਲਿਓ ਤੁਰਕਨ ਵਿਖੈ ਜਹ ਅਬਦੁਲ ਖਾਨਾ। ਹੁਣ ਕਿੱਥੇ ਪਹੁੰਚਦਾ ਹੈ? ਤੁਰਕਨ ਵਿਖੈ, ਉਹਨਾਂ ਤੁਰਕੜਿਆਂ ਦੇ ਵਿੱਚ, ਤੁਰਕਾਂ ਵਿੱਚ ਜਾ ਕੇ ਰਲਦਾ ਹੈ। ਜਹ ਅਬਦੁਲ ਖਾਨਾ, ਉੱਥੇ ਪਹੁੰਚਦਾ ਹੈ ਜਿੱਥੇ ਅਬਦੁਲ ਖਾਨ, ਉਹ ਮਹਾਨ ਜਰਨੈਲ, ਉਹ ਮਹਾਨ ਸੂਰਮਾ, ਆਪਣੇ ਆਪ ਨੂੰ ਬੜਾ ਬਲਵਾਨ ਕਹਿਣ ਵਾਲਾ ਖੜਾ ਹੈ। ਧਰਕਤ ਉਰ ਬੜ ਸਵਾਸ ਲੈ ਅਸਬਾਕ ਬਖਾਨਾ। ਤੇ ਇਹਦੇ ਨਾਲ ਧਰਕਤ, ਛਾਤੀ ਧੜਕਦੀ ਪਈ ਹੈ, ਸਵਾਸ ਲੰਮੇ ਲੰਮੇ ਸਾਹ ਲੈਂਦਾ, ਜਿਵੇਂ ਕੋਈ ਬੰਦਾ ਦੌੜ ਕੇ ਆਵੇ ਤੇ ਘਬਰਾਇਆ ਹੋਇਆ ਆਵੇ। ਇਸ ਤਰ੍ਹਾਂ ਇਹਦੇ ਸਾਹ ਉਖੜੇ ਪਏ ਨੇ, ਛਾਤੀ ਇਹਦੀ ਜ਼ੋਰ-ਜ਼ੋਰ ਨਾਲ ਧੜਕਦੀ ਪਈ, ਜਿਵੇਂ ਕਹਿ ਲਓ ਸਾਹ ਨਾਲ ਇਹਦਾ ਸਾਹ ਨਹੀਂ ਰਲਦਾ ਪਿਆ। ਤੇ ਬੜੇ ਸ਼ੀਘਰਤਾ ਨਾਲ ਦੌੜ ਕੇ ਆ ਕੇ ਸਿੱਧਾ ਅਬਦੁਲ ਖਾਨ ਦੇ ਕੋਲ ਬਖਾਨਾ ਆਪਣਾ ਦੁੱਖ ਜਿਹੜਾ ਸੀ, ਆਪਣੀ ਵਿਥਿਆ ਜਿਹੜੀ ਸੀ ਵਰਣਨ ਕਰਨ ਲੱਗਾ। ਪਰ ਵਿਥਿਆ ਵਰਣਨ ਕਰਦਿਆਂ ਬੜੀ ਵੱਡੀ ਚਤੁਰਾਈ ਵਿਖਾਉਣ ਲੱਗਾ। ਗਹਿਓ ਮੋਹੇ ਲੈ ਕਰ ਗਏ ਗੁਰ ਜਹਾਂ ਖਰੋ ਹੈ। ਕਹਿੰਦਾ ਮੇਰੇ ਨਾਲ ਪਤਾ ਕੀ ਹੋਈ ਹੈ, ਮੈਂ ਲੜਦਾ ਪਿਆ ਸੀ ਤੇ ਸਾਰੀ ਵਿਥਿਆ ਦਾਸਤਾਨ ਜ਼ਿਕਰ ਕਰਦਾ ਵੀ ਮੈਂ ਡਿੱਗ ਪਿਆ, ਫਿਰ ਮੈਨੂੰ ਲੈ ਗਏ, ਮੈਨੂੰ ਭਾਈ ਬਿਧੀ ਚੰਦ ਲੈ ਗਿਆ ਫੜ ਕੇ। ਲੈ ਕੇ ਕਿੱਥੇ ਗਿਆ? ਜਿੱਥੇ ਗੁਰੂ ਹਰਗੋਬਿੰਦ ਮਹਾਰਾਜ ਜੀ ਹਨ। ਭਾਵ ਕਿ ਅਬਦੁਲ ਖਾਂ, ਮੈਂ ਤੇਰੇ ਕੋਲ ਆਉਣ ਤੋਂ ਪਹਿਲਾਂ ਇਸ ਵੇਲੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਮਿਲ ਕੇ ਆ ਰਿਹਾ ਹਾਂ। ਛਲ ਬਲ ਕੋ ਤਰ ਸਿਗਰਤਾ ਮੈਂ ਛੁਟਨ ਕਰੈ ਹੋ। ਪਰ ਫਿਰ ਵੀ ਜਿਵੇਂ ਕਹਿ ਲਓ ਮਾਰ ਖਾ ਕੇ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਪੂਰੀ ਤਰ੍ਹਾਂ ਬੇਇੱਜ਼ਤੀ ਕਰਵਾ ਕੇ, ਸਾਰਾ ਕੁਝ ਕਰਵਾ ਕੇ ਵੀ ਫਿਰ ਵੀ ਆਪਣੇ ਸੋਲੇ ਗਾ ਰਿਹਾ। ਕਹਿੰਦਾ ਵੀ ਮੈਂ ਚਲਾ ਤੇ ਗਿਆ, ਉਹ ਮੈਨੂੰ ਫੜ ਕੇ ਤਾਂ ਲੈ ਗਏ, ਪਰ ਮੈਂ ਨਾ ਉੱਥੇ ਦਾਵ ਘਾਵ ਕਰਕੇ, ਮੈਂ ਚਤੁਰਾਈ ਕਰਕੇ, ਮੈਂ ਆਪਣੇ ਬਲ ਦੇ ਨਾਲ, ਮੈਂ ਕਈ ਤਰ੍ਹਾਂ ਦੀਆਂ ਚਾਲਾਂ ਚੱਲ ਕੇ ਮੈਂ ਉਹਨਾਂ ਤੋਂ ਛੁੱਟ ਕੇ ਆ ਗਿਆ। ਭਾਵ ਮੇਰੇ ਵਰਗਾ ਸੂਰਮਾ ਲੱਭਣਾ ਕਿਤੇ, ਮੇਰੇ ਵਰਗਾ ਤੇਜ਼ ਤਰਾਰ ਲੱਭਣਾ, ਫਿਰ ਮੈਂ ਦੁਸ਼ਮਣ ਦੇ ਹੱਥਾਂ ਵਿੱਚੋਂ ਵੀ ਛੁੱਟ ਕੇ ਆ ਗਿਆ ਹਾਂ। ਸਿੱਖਨ ਕੋ ਮਾਰਤ ਆਇਓ ਸਭ ਭੇਦ ਨਿਹਾਰਾ। ਤੇ ਅਬਦੁਲ ਖਾਂ ਮੈਂ ਕੱਲਾ ਛੁੱਟ ਕੇ ਹੀ ਨਹੀਂ ਆਇਆ। ਕਮਾਲ ਦੀ ਗੱਲ ਤੈਨੂੰ ਇਹ ਦੱਸਾਂ ਕਿ ਮੈਂ ਸਿੱਖਾਂ ਨੂੰ ਮਾਰਦਾ ਤੁਰਿਆ ਆਉਣਾ। ਮੈਂ ਰਾਹ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਸਿੱਖ ਮਾਰ ਆਇਆ। ਇਹ ਨਹੀਂ ਦੱਸਿਆ ਵੀ ਮੇਰੇ ਉੱਥੋਂ ਜੁੱਤੀਆਂ ਪਈਆਂ ਨੇ। ਕਹਿੰਦਾ ਨਹੀਂ, ਮੈਂ ਜਦੋਂ ਆਇਆ ਵਾਂ ਨਾ, ਮੈਂ ਰਾਹ ਦੇ ਵਿੱਚ ਬੜੇ ਸਿੱਖਾਂ ਨੂੰ ਮਾਰਦਾ ਆਇਆ। ਤੇ ਉਸ ਤੋਂ ਵੱਡੀ ਗੱਲ, ਮੈਂ ਦੁਸ਼ਮਣ ਦੇ ਪਾਲੇ ਜਾ ਕੇ ਉਹਨਾਂ ਦਾ ਬੜਾ ਭੇਦ ਲੈ ਕੇ ਆਇਆ। ਉਹਨਾਂ ਦੀਆਂ ਬੜੀਆਂ ਖਬਰਾਂ, ਜਿੰਨਾ ਕੁ ਸਮਾਂ ਮੈਂ ਉੱਥੇ ਰਿਹਾ, ਮੈਂ ਅੱਖਾਂ ਦੇ ਨਾਲ ਉਹਨਾਂ ਦਾ ਸਾਰਾ ਉੱਥੋਂ ਦਾ ਮਾਹੌਲ ਵੇਖਿਆ, ਉਹਨਾਂ ਦੇ ਹਥਿਆਰ ਵੇਖ ਆਇਆ, ਉਹਨਾਂ ਦੀਆਂ ਗਿਣਤੀਆਂ ਵੇਖ ਆਇਆ, ਕਿੰਨੀਆਂ ਕੁ ਨੇ, ਕਿੰਨੇ ਕੁ ਤਕੜੇ ਸਰੀਰਾਂ ਵਾਲੇ ਨੇ, ਅੱਗੇ ਉਹ ਕੀ ਕਰਨਾ ਚਾਹੁੰਦੇ ਨੇ। ਭਾਵ ਮੈਂ ਐਡਾ ਕੁ ਤੇਜ਼ ਹਾਂ ਕਿ ਮੈਂ ਥੋੜਾ ਸਮਾਂ ਹੀ ਉਹਨਾਂ ਕੋਲ ਗਿਆ ਤੇ ਮੈਂ ਸਾਰਾ ਉੱਥੋਂ ਦਾ ਮਾਹੌਲ ਜਿਹੜਾ ਬੜੀ ਚੰਗੀ ਤਰ੍ਹਾਂ ਵੇਖ ਕੇ ਉਹਨਾਂ ਤੋਂ ਛੁੱਟ ਕੇ ਵਾਪਿਸ ਆਇਆ। ਤੇ ਵਾਪਿਸ ਆਉਂਦਿਆਂ ਮੈਂ ਕਿੰਨੇ ਸਿੱਖ ਜਿਹੜੇ ਨੇ ਉਹ ਮੌਤ ਦੇ ਘਾਟੇ ਉਤਾਰ ਦਿੱਤੇ। ਰਹਿਓ ਅਲਪ ਦਲ ਗੁਰੂ ਕੋ ਸਮੁਦਾਇ ਸੰਘਾਰਾ। ਤੇ ਕਹਿੰਦਾ ਵੀ ਮੈਂ ਹੁਣ ਤੈਨੂੰ ਮੁੱਕ ਦੀ ਗੱਲ ਇਹ ਦੱਸਾਂ ਕਿ ਰਹਿਓ ਅਲਪ ਦਲ ਗੁਰੂ ਕੋ, ਗੁਰੂ ਸਾਹਿਬ ਜੀ ਦਾ ਦਲ, ਗੁਰੂ ਸਾਹਿਬ ਜੀ ਦੀਆਂ ਫੌਜਾਂ ਬਹੁਤ ਥੋੜੀਆਂ ਜੀਆਂ ਰਹਿ ਗਈਆਂ ਨੇ ਤੇ ਬਹੁਤ ਜ਼ਿਆਦਾ ਦਲ ਜਿਹੜਾ ਨਾ ਸੰਘਾਰਾ ਆਪਾਂ ਮਾਰ ਸੁੱਟਿਆ। ਭਾਵ ਕਿ ਆਪਾਂ ਜਿਵੇਂ ਕਹਿ ਲਓ ਵੀ ਹੁਣ ਐ ਸਿਰੇ ਤੇ ਗੱਲ ਲੈ ਗਏ ਆਪਾਂ, ਇਹ ਸਾਰਾ ਮਾਹੌਲ ਜਿਹੜਾ ਜਿੱਤ ਆਪਣੇ ਹੱਥਾਂ ਵਿੱਚ। ਥੋੜਾ ਜਿਹਾ ਹੋਰ ਹੱਲਾ ਕਰਨ ਦੀ ਲੋੜ ਹੈ, ਥੋੜੀ ਜਿਹੀ ਹੋਰ ਹਿੰਮਤ ਮਾਰਨ ਦੀ ਲੋੜ ਹੈ। ਜੇ ਆਪਾਂ ਇਹ ਕਹੀਏ ਵੀ ਸਾਡੇ 5 ਜਰਨੈਲ ਮਾਰੇ ਗਏ ਸੀ, ਖੱਟਿਆ ਕੁਛ ਨਹੀਂ, ਐਸਾ ਨਹੀਂ, ਆਪਾਂ ਬੜਾ ਕੁਝ ਖੱਟ ਲਿਆ। ਮੈਂ ਮਾਹੌਲ ਵੇਖ ਕੇ ਆਇਆ ਕਿ ਗੁਰੂ ਸਾਹਿਬ ਦੀਆਂ ਫੌਜਾਂ ਤੇ ਅੱਧੀਆਂ ਵੀ ਨਹੀਂ ਰਹਿ ਗਈਆਂ। ਇੰਜ ਕਹਿ ਲਓ ਮੁੱਠੀ ਭਰ ਸੂਰਮੇ ਉਹਨਾਂ ਦੇ ਰਹਿ ਗਏ ਨੇ ਤੇ ਹਥਿਆਰ ਵੀ ਉਹਨਾਂ ਕੋਲ ਬਹੁਤੇ ਨਹੀਂ ਰਹਿ ਗਏ। ਆਪਾਂ ਸਾਰੀਆਂ ਫੌਜਾਂ ਉਹਨਾਂ ਦੀਆਂ ਤਕਰੀਬਨ ਮਾਰ ਦਿੱਤੀਆਂ ਤੇ ਆਪਾਂ ਜਿੱਤ ਦੇ ਬਿਲਕੁਲ ਨੇੜੇ ਹਾਂ। ਆਪ ਅਗਾਰੀ ਹੋਏਗਾ ਹੇਲਾ ਅਬ ਕਾਲੋ। ਤੇ ਅਬਦੁਲ ਖਾਨ ਨੂੰ ਕਹਿੰਦਾ ਵੀ ਆਪ ਅਗਾਰੀ ਹੋਏਗਾ,
ਤੂੰ ਹੁਣ ਆਪ ਅਗਾਂਹ ਹੋ, ਇਹ ਸਾਰੀ ਕਮਾਨ ਆਪਣੇ ਹੱਥ ਦੇ ਵਿੱਚ ਲੈ, ਇਹ ਸਾਰਾ ਕੁਝ ਜਿਹੜਾ ਆਪਣੇ ਮੁਤਾਬਕ ਕਰਵਾ, ਇਹਨਾਂ ਫੌਜਾਂ ਨੂੰ ਆਪਣੇ ਮੁਤਾਬਕ ਚਲਾ, ਹੇਲਾ ਕਹੋ, ਇੱਕ ਜ਼ੋਰ ਦਾ ਹੱਲਾ ਬੋਲਦੇ, ਬਸ ਆਖਰੀ ਹੱਲਾ ਹੈ, ਇਸ ਹੱਲੇ ਦੇ ਵਿੱਚ ਹਨੇਰੀ ਤਰ੍ਹਾਂ ਹੱਲਾ ਕਰ ਦਿਓ, ਆਪਾਂ ਸਾਰਾ ਕੁਝ ਜਿਹੜਾ ਉਹ ਨਾਲ ਉਡਾ ਕੇ ਲੈ ਜਾਣਾ। ਨਿਜ ਓਜ ਸੰਭਾਲੋ ਤੇ ਆਪਣਾ ਬਲ ਜਿਹੜਾ ਹੇਲਾ ਅਬ ਘਾਲੋ, ਤੁਸੀਂ ਆਪਣਾ ਇੱਕ ਜ਼ੋਰ ਦਾ ਹੱਲਾ ਬੋਲਣਾ ਕਰੋ। ਹਰ ਗੋਬਿੰਦ ਕੋ ਲੈ ਗਏ ਨਿਜ ਓਜ ਸੰਭਾਲੋ। ਕਹਿੰਦਾ ਬਸ ਜਿੱਤ ਦੂਰ ਨਹੀਂ। ਅਬਦੁਲ ਖਾਂ ਜੇ ਜ਼ੋਰ ਦਾ ਇੱਕ ਹੱਲਾ ਆਪਾਂ ਬੋਲ ਦਈਏ ਨਾ, ਹਰ ਗੋਬਿੰਦ ਕੋ ਗੇਹ ਲੈ ਹੈ, ਆਪਾਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਫੜ ਲਾਂਗੇ। ਭਾਵ ਕਿ ਹੁਣ ਆਪਾਂ ਬਹੁਤ ਹੀ ਦੂਰ ਨਹੀਂ ਹੈਗੇ, ਉਹਨਾਂ ਦੇ ਕੋਲ ਬਹੁਤੇ ਸੂਰਮੇ ਨਹੀਂ ਹੈਗੇ, ਬਹੁਤ ਵੱਡੇ ਉਹਨਾਂ ਕੋਲ ਹਥਿਆਰ ਨਹੀਂ ਹੈਗੇ, ਜਰਨੈਲ ਨਹੀਂ ਹੈਗੇ। ਸਿੱਧਾ ਹੁਣ ਹੱਲਾ ਗੁਰੂ ਸਾਹਿਬ ਜੀ ਦੇ ਉੱਤੇ ਬੋਲ ਤੇ ਆਪਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਇਸ ਵੇਲੇ ਪਕੜ ਲਵਾਂਗੇ। ਨਿਜ ਓਜ ਸੰਭਾਲੋ, ਆਪਣਾ ਬਲ ਸੰਭਾਲਣਾ ਕਰ। ਹਿਮ ਕਹ ਅਬਦੁਲ ਖਾਨ ਕੋ ਕੁਛ ਅਗਰ ਚਲਾਇਓ। ਸੋ ਇਸ ਤਰ੍ਹਾਂ ਇਹਨੇ ਹੌਸਲਾ ਵਧਾਇਆ ਇਹਦਾ, ਕਿਉਂਕਿ ਅਬਦੁਲ ਖਾਨ ਬਿਲਕੁਲ ਢੇਰੀ ਢਾਹ ਚੁੱਕਾ ਸੀ। ਜਦੋਂ ਇਮਾਮ ਬਖਸ਼ ਵੀ ਮਾਰਿਆ ਗਿਆ, ਇਹਨੇ ਹੀ ਕਰਮਚੰਦ ਤੇ ਰਤਨ ਚੰਦ ਨੂੰ ਕਿਹਾ ਸੀ ਕਿ ਭਾਈ ਤੁਹਾਡੇ ਕਹਿਣ ਤੇ ਫੌਜਾਂ ਲੈ ਆਉਂਦੀਆਂ, ਤੁਸੀਂ ਕਹਿੰਦੇ ਸੀ ਸਾਦੇ ਦੇ ਸਿੱਖ ਨੇ, ਉਹਨਾਂ ਨੂੰ ਤੇ ਲੜਨਾ ਵੀ ਨਹੀਂ ਆਉਂਦਾ, ਤੇ ਮੇਰੀਆਂ ਤੇ ਕਿੰਨੀਆਂ ਫੌਜਾਂ ਮਾਰੀਆਂ ਗਈਆਂ, ਕਿੰਨਾ ਨੁਕਸਾਨ ਹੋ ਗਿਆ, ਕਿੰਨੇ ਮੇਰੇ ਘੋੜੇ ਮਾਰੇ ਗਏ, ਕਿੰਨਾ ਫੌਜਾਂ ਜਿਹੜੀਆਂ ਹਨ ਉਹਨਾਂ ਦਾ ਸਰੀਰਕ ਤੌਰ ਤੇ ਨੁਕਸਾਨ, ਕੋਈ ਘਾਇਲ ਹੋ ਗਏ ਨੇ, ਕੋਈ ਮਾਰੇ ਗਏ ਨੇ, ਤੇ ਤੁਸੀਂ ਤੇ ਕਹਿੰਦੇ ਸੀ ਵੀ ਹੋਣਾ ਹੀ ਕੁਛ ਨਹੀਂ ਆ ਉੱਥੇ। ਹੁਣ ਇਹ ਆਪਣੇ ਜਿਵੇਂ ਕਹਿ ਲਓ ਵੀ ਖਾਮੀਆਂ ਉੱਤੇ ਪਰਦਾ ਪਾਉਂਦੇ ਆ, ਕਰਮਚੰਦ ਨੇ ਫਿਰ ਦੁਬਾਰਾ ਇਹਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ, ਆਪਾਂ ਜਿੱਤ ਚੁੱਕੇ ਆ, ਬਸ ਤੂੰ ਹੱਲਾ ਬੋਲ, ਹੌਸਲਾ ਰੱਖ। ਸੋ ਜਿਵੇਂ ਇਹਨੇ ਤਰਵਾਸ ਦਿੱਤਾ, ਅਬਦੁਲ ਖਾਨ ਫਿਰ ਆਪਣੀਆਂ ਫੌਜਾਂ ਨੂੰ ਵੰਗਾਰਦਾ ਹੈ, ਫਿਰ ਉਹਨਾਂ ਵਿੱਚ ਜੋਸ਼ ਭਰਦਾ ਹੈ, ਫਿਰ ਉਹਨਾਂ ਨੂੰ ਕਹਿੰਦਾ ਵੀ ਬਸ ਹੁਣ ਹੱਲਾ ਕਰ ਦਿਓ, ਆਪਾਂ ਗੁਰੂ ਹਰਗੋਬਿੰਦ ਮਹਾਰਾਜ ਨੂੰ ਫੜ ਲੈਣਾ। ਇੰਜ ਕਹਿ ਕੇ ਫਿਰ ਅਗਾਂਹ ਵੱਧਦੇ ਹਨ। ਅਬਰ ਤੁਰੰਗ ਜੋ ਸੰਗ ਥੋ ਤਿਸ ਪਰ ਚੜ੍ਹਤਾਇਓ। ਹੁਣ ਜਿਹੜਾ ਇੱਕ ਘੋੜਾ ਇਹਦੇ ਨਾਲ ਸੀ ਨਾ ਅਬਦੁਲ ਖਾਨ ਦੇ, ਉਹ ਖਾਲੀ ਘੋੜੇ ਕਈ ਇਹਨਾਂ ਦੇ ਨਾਲ, ਕਿਉਂਕਿ ਕਈ ਸੂਰਮੇ ਤੇ ਮਾਰੇ ਗਏ ਨੇ, ਘੋੜੇ ਤੇ ਵੈਸੇ ਹੀ ਕਈ ਤੁਰੇ ਫਿਰਦੇ ਨੇ। ਸੋ ਇਹ ਜਿਹੜਾ ਕਰਮਚੰਦ ਖਾਲੀ, ਕਿਉਂਕਿ ਇਹਦਾ ਘੋੜਾ ਭਾਈ ਬਿਧੀ ਚੰਦ ਨੇ ਮਾਰ ਦਿੱਤਾ ਸੀਗਾ, ਇਹ ਘੋੜੇ ਤੋਂ ਹੀ ਨਾ ਹੈ, ਖਾਲੀ ਹੈ। ਤੇ ਅਬਦੁਲ ਖਾਨ ਨੇ ਇਹਨੂੰ ਦੂਜਾ ਘੋੜਾ ਦਿੱਤਾ, ਸੰਗ ਧਾਇਓ, ਇਹਨੂੰ ਫਿਰ ਨਾਲ ਲਿਆ ਵੀ ਤੂੰ ਹੁਣ ਦੇਖ ਕੇ ਆਇਆ, ਕਿਉਂਕਿ ਇੰਨੀ ਭਾਰੀ ਫੌਜ ਦੇ ਵਿੱਚ ਕੀ ਪਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਕਿੱਥੇ ਖੜੇ ਹੋਣਗੇ, ਕੋਈ ਪਤਾ ਨਹੀਂ ਲੱਗ ਰਿਹਾ, ਕਿਉਂਕਿ ਸਾਰੇ ਪਾਸੇ ਲੋਹਾ ਖੜਕਦਾ ਪਿਆ, ਸਾਰੇ ਪਾਸੇ ਫੌਜਾਂ ਝੁੰਡ ਬਣਾ ਬਣਾ ਲੜਦੀਆਂ ਪਈਆਂ ਨੇ। ਤੂੰ ਹੁਣ ਨਾਲ ਤੁਰ, ਮੈਂ ਕਮਾਨ ਸੰਭਾਲਦਾ, ਤੂੰ ਰਸਤਾ ਦੱਸ ਗੁਰੂ ਹਰਗੋਬਿੰਦ ਮਹਾਰਾਜ ਜੀ ਕਿੱਥੇ ਹਨ। ਸੋ ਇਸ ਤਰ੍ਹਾਂ ਦੋਨੇ ਸਲਾਹ ਕਰਕੇ ਫੌਜਾਂ ਨਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਵੱਲ ਨੂੰ ਤੁਰ ਪਏ ਹਨ। ਹਿਮ ਵਿਦਿਏ ਕੀ ਗਾਥ ਇਤ ਘਾਲਿਓ ਕਮਸਾਨਾ। ਭਾਈ ਸਾਹਿਬ ਜੀ ਪ੍ਰਸੰਗ ਦੀ ਸੰਪੂਰਨਤਾ ਕਰਦਿਆਂ ਕਹਿੰਦੇ ਨੇ, ਇਸ ਤਰ੍ਹਾਂ ਇਹ ਭਾਈ ਬਿਧੀ ਚੰਦ ਜੀ ਦੀ ਇਹ ਘਾਲਣਾ, ਇਹ ਪ੍ਰਸੰਗ ਹੈ, ਜਿਸ ਤਰ੍ਹਾਂ ਉਹਨਾਂ ਮੈਦਾਨੇ ਜੰਗ ਵਿੱਚ ਇੱਕ ਮਸਾਣ ਦਾ ਯੁੱਧ ਕੀਤਾ, ਜਿਵੇਂ ਦੁਸ਼ਮਣ ਨੂੰ ਮਾਰਿਆ, ਜਿਵੇਂ ਕਰਮਚੰਦ ਨੂੰ ਪਕੜ ਕੇ ਲੈ ਕੇ ਆਏ ਸਨ। ਪਰਸਰਾਮ ਸਕਤੂ ਉਤੈ ਦੋਨੋਂ ਰਣ ਥਾਨਾ। ਤੇ ਇਧਰ ਫਿਰ ਗੁਰੂ ਸਾਹਿਬ ਦਾ ਹੁਕਮ ਪਾ ਕੇ ਭਾਈ ਪਰਸਰਾਮ, ਭਾਈ ਸ਼ਕਤੂ, ਇਹ ਦੋਨੇ ਵੀ ਮੈਦਾਨੇ ਜੰਗ ਵਿੱਚ ਜੂਝਦੇ ਪਏ ਨੇ, ਉਹ ਵੀ ਘਮਸਾਨ ਦਾ ਜੰਗ ਮਚਾ ਕੇ ਬੈਠੇ ਨੇ। ਭਾਈ ਬਿਧੀ ਚੰਦ ਵੀ ਜੰਗ ਕਰ ਰਹੇ ਨੇ, ਗੁਰੂ ਹਰਗੋਬਿੰਦ ਮਹਾਰਾਜ ਵੀ ਹੁਣ ਪ੍ਰਵੇਸ਼ ਕਰਨ ਵਾਲੇ ਨੇ। ਪਰ ਜਿਵੇਂ ਹੀ ਗਰੀਬ ਨਵਾਜ਼ ਪਾਤਸ਼ਾਹ ਇਸ ਮੈਦਾਨੇ ਜੰਗ 'ਚ ਪ੍ਰਵੇਸ਼ ਕਰਦੇ ਨੇ, ਸੋ ਜਿਵੇਂ ਇਹ ਸਾਰੇ ਫਿਰ ਅਬਦੁਲ ਖਾਂ, ਇਹਨਾਂ ਦੀਆਂ ਬਾਕੀ ਰਹਿੰਦੀਆਂ ਫੌਜਾਂ ਦਾ ਜੋ ਫਿਰ ਹਸ਼ਰ ਹੁੰਦਾ ਹੈ, ਜੋ ਹਾਲ ਹੁੰਦਾ ਹੈ, ਉਹ ਸਮਾਂ ਇਜਾਜ਼ਤ ਨਹੀਂ ਦੇਵੇਗਾ। ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਤਿੰਨਾਂ ਦੇ ਪਾਸੋਂ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸੋ ਭੁੱਲਾਂ ਦੀ ਖਿਮਾ ਹਜ਼ੂਰ ਪਾਤਸ਼ਾਹ ਸਮੱਤ ਦੀ ਦਾਤ ਬਖਸ਼ਣ। ਆਓ ਇੱਕ ਅੱਧਾ ਮਿੰਟ ਹਜ਼ੂਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ। ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ इम कै अब्दुल खान को कुछ अगर चलायो अपर तुरंग जो सांग थो तिस पर चढ़तायो इम विदिये की गात इत घाल्यो कमसाना परसराम सगतु उतै दोनों रण थाना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।